जन्म मरण दुख जाए। होवै सिफत खसामदी नूर अरसों कुरसों चटिया। तुद डिठे सचे पातशाह मल जन्मा जन्म दी कटिया। सतनाम श्री वाहिगुरु साहिब जी। सोरठा महला नवा। मन के मन ही माही रहे, ना हर भजे ना तीरथ सेवे। छोटे काल गहे, मन के मन ही माहे रहे। ना हर भजे ना तीरथ सेवे। छोटे काल गहे रहाओ। दारा मीत पूत रथ संपत, धन पूरन सब मही। अवर सगल मिथ्याए जानो, राम भजन को सही। फिरता फिरत बहुते जुग हारियो, मानस देह लहे। नानक कहत मिलन की बरिया, सिमरत कहा नहीं। फिरत फिरत बहुते जुग हारियो, मानस देह लहे। नानक कहत मिलन की बरिया, सिमरत कहा नहीं। वाहिगुरु जी का खालसा, वाहिगुरु जी की फतेह। सोरठा महला नौवा। सतगुरु धन धन श्री गुरु तेग बहादुर साहब जी ने अपार महरामत बख्शिश की है। परम सन्मान ते सत्कारयोग भगत वशल मनुखता दे रहबर, दया दे सागर, चवर छत्र तखत दे मालक, धन धन सतगुर श्री गुरु ग्रंथ साहिब जी दे पावन पवित्र हजूरी अंदर सो भाईमान गुरु का खास रूप, गुरु प्यारे, गुरु सवारे सतसंगी जनों, वड भागे हाँ संध्या वेले दे दीवाना दियां हाजरियां भर के जीवन दियां अमुलक घड़ियां नूं सफल बनाउण दा यतन पे करदे हाँ। मनुख दा सुभाव है चंगे काम दे लई आलस करदा है, चंगे काम दे लई दूरियां बना के रखदा है। माड़े काम दे वल इहदी बड़ी खिच है। माड़े काम वाल जीवन जिहड़ा है बहुत ही तेजी नाल दौड़दा है, चलदा है। चंगियाई आलक करे, बोरियाई होवे शेर। सतगुरु जी कृपा करते ने कि जदों कोई चंगा काम करना होवे
ਸਤ ਸੰਗਤ ਕਰਨੀ ਹੋਵੇ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੋਵੇ, ਸੇਵਾ ਕਰਨੀ ਹੋਵੇ, ਕੋਈ ਧਾਰਮਿਕ ਕਰਮ ਕਰਨਾ ਹੋਵੇ, ਉਦੋਂ ਸਤਿਗੁਰੂ ਜੀ ਕਹਿੰਦੇ ਇਹਦੇ ਜੀਵਨ ਦੇ ਅੰਦਰ ਆਲਸ ਪੈਦਾ ਹੋ ਜਾਂਦਾ ਹੈ। ਚੰਗਿਆਈ ਆਲਕ ਕਰੇ। ਆਲਕ ਦਾ ਕਿ ਆਲਸ, ਸੁਸਤਪਨ। ਚੰਗੇ ਕੰਮ ਦੇ ਲਈ ਤੇ ਇਹ ਆਲਸ ਕਰਦਾ ਹੈ, ਆਲਸ ਇਹਦੇ ਅੰਦਰ ਸੁਸਤਪਨ ਪੈਦਾ ਹੋ ਜਾਂਦਾ ਹੈ। ਬੁਰਿਆਈ ਹੋਵੇ ਸ਼ੇਰ, ਬੁਰਾ ਕੰਮ ਕਰਨਾ ਹੋਵੇ, ਚੋਰੀ ਡਕੈਤੀ ਕਰਨੀ ਹੋਵੇ, ਜੇਕਰ ਕੋਈ ਮਾੜ ਧਾੜ ਕਰਨੀ ਹੋਵੇ, ਕੋਈ ਗਲਤ ਕੰਮ ਕਰਨਾ ਹੋਵੇ ਤੇ ਬੰਦੇ ਨੂੰ ਸਾਰੀ ਰਾਤ ਨੀਂਦ ਨਹੀਂ ਪੈਂਦੀ। ਵਾਰ-ਵਾਰ ਉੱਠ ਕੇ ਸਮਾਂ ਦੇਖਦਾ ਹੈ, ਟਾਈਮ ਦੇਖਦਾ ਹੈ ਤੇ ਤੜਪਦਾ ਰਹਿੰਦਾ, ਨੀਂਦ ਅੱਖਾਂ ਦੇ ਵਿੱਚ ਨਹੀਂ ਪੈਂਦੀ। ਜਦੋਂ ਮਾੜਾ ਕੰਮ ਕਰਨਾ ਹੋਵੇ, ਚੰਗਾ ਕੰਮ ਕਰਨਾ ਹੋਵੇ, ਉਹ ਭਾਵੇਂ ਬਾਣੀ ਪੜ੍ਹਦਾ ਹੋਵੇ ਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਵੀ ਨੀਂਦ ਆਈ ਜਾਂਦੀ ਹੈ। ਸੇਵਾ ਕਰਦਿਆਂ ਕਰਦਿਆਂ ਹੱਡ ਪੈਰ ਦੁਖਣੇ ਸ਼ੁਰੂ ਹੋ ਜਾਂਦੇ ਹਨ। ਅੰਮ੍ਰਿਤ ਵੇਲੇ ਸੰਭਾਲਣ ਦੀ ਗੱਲ ਜਦੋਂ ਆਉਂਦੀ ਏ, ਉਹ ਸੰਭਾਲਣਾ ਇੰਨਾ ਔਖਾ ਲੱਗਦਾ ਹੈ। 4 ਵਜੇ ਦਾ ਅਲਾਰਮ ਲਾਇਆ ਤੇ 6 ਵੱਜ ਜਾਂਦੇ ਨੇ ਉੱਠਦਿਆਂ ਉੱਠਦਿਆਂ। ਇਹ ਹੈ ਸਤਿਗੁਰੂ ਜੀ ਕਹਿੰਦੇ ਚੰਗਿਆਈ ਆਲਕ ਕਰੇ, ਬੁਰਿਆਈ ਹੋਵੇ ਸ਼ੇਰ। ਮਾੜੇ ਕੰਮ ਲਈ ਦੌੜਦਾ, ਚੰਗੇ ਕੰਮ ਲਈ ਪਿੱਛੇ ਪਿੱਛੇ ਮੁੜਦਾ। ਚੰਗੇ ਕੰਮ ਦੇ ਲਈ ਇਹਦੇ ਅੰਦਰ ਫੁਰਤੀਲਾਪਨ ਨਹੀਂ, ਇਹਦੇ ਅੰਦਰ ਚੰਗੇ ਕੰਮ ਦੇ ਲਈ ਚਾਅ ਨਹੀਂ, ਉਦਮ ਨਹੀਂ, ਉਪਰਾਲਾ ਨਹੀਂ। ਮਾੜੇ ਕੰਮ ਦੇ ਲਈ ਉਦਮ ਵੀ ਹੈ, ਉਪਰਾਲਾ ਵੀ ਹੈ, ਉਸ ਵੱਲ ਦੌੜਦਾ ਵੀ ਹੈ। ਹਾਲਾਂਕਿ ਚੰਗੀ ਖੁਰਾਕ ਜਿੱਥੋਂ ਮਿਲਦੀ ਉੱਥੇ ਨਹੀਂ ਜਾਂਦਾ। ਮਾੜੀ ਖੁਰਾਕ ਜਿਹੜੀ ਜੀਵਨ ਨੂੰ ਬਰਬਾਦ ਕਰ ਦਿਆ ਕਰਦੀ ਹੈ, ਮਾੜੀ ਖੁਰਾਕ ਜਿਹੜੀ ਸਰੀਰ ਨੂੰ ਖਤਮ ਕਰ ਦਿਆ ਕਰਦੀ ਹੈ, ਉਹਦੇ ਵੱਲ ਭੱਜਦਾ ਹੈ। ਜਿੱਥੇ ਅੰਮ੍ਰਿਤ ਮਿਲਣਾ ਹੈ ਉੱਥੇ ਸਤਿਗੁਰੂ ਜੀ ਕਹਿੰਦੇ ਇਹ ਆਉਂਦਾ ਨਹੀਂ। ਹਾਲਤ ਏਦਾਂ ਦੀ ਬਣ ਗਈ, ਅੰਮ੍ਰਿਤ ਕੌਰਾ ਵੇਖਿਆ ਮੀਠੀ, ਸਾਖਤ ਕੀ ਵਿਦ ਨੈਣੋ ਡੀਠੀ। ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਜਿਹੜਾ, ਜਿਹਨੇ ਜੀਵਨ ਆਤਮਿਕ ਜੀਵਨ ਦੇਣਾ, ਜਿਹਨੇ ਇਸ ਦੇ ਅੰਦਰ ਬਲ ਤੇ ਤਾਕਤ ਪੈਦਾ ਕਰਨੀ ਹੈ, ਦੁੱਖਾਂ ਨਾਲ ਜੂਝਣ ਦੀ, ਦੁੱਖਾਂ ਨਾਲ ਲੜਨ ਦੀ, ਦੁੱਖਾਂ ਦੇ ਨਾਲ ਟਾਕਰਾ ਕਰਨ ਦੀ, ਉਹ ਜਿਹੜਾ ਅੰਮ੍ਰਿਤ ਇਹਨੂੰ ਕੌੜਾ ਲੱਗਦਾ ਹੈ। ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਜਿਹੜੇ ਵਿਸ਼ੇ ਵਿਕਾਰ, ਜਿਹੜੇ ਜ਼ਹਿਰ ਦਾ ਰੂਪ ਨੇ, ਜਿਹੜੇ ਇਹਦੇ ਅੰਦਰ ਨੂੰ ਖਤਮ ਕਰਦੇ ਨੇ, ਇਹਦੇ ਅੰਦਰ ਨੂੰ ਬਰਬਾਦ ਕਰਦੇ ਨੇ, ਇਹਦੇ ਅੰਦਰ ਭੈੜੀ ਮੱਤ ਦਾ ਜਿਹੜੇ ਪ੍ਰਵੇਸ਼ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਵੱਲ ਇਹ ਦੌੜਦਾ। ਉਹ ਇਹਨੂੰ ਸਵਾਦ ਲੱਗਦੇ ਨੇ, ਉਹ ਇਹਨੂੰ ਚੰਗੇ ਲੱਗਦੇ ਨੇ। ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਖਤ ਕੀ ਵਿਧ ਨੈਣੋ ਡੀਠੀ। ਸਤਿਗੁਰੂ ਜੀ ਕਹਿੰਦੇ ਮੈਂ ਆਪਣੇ ਇਹਨਾਂ ਨੇਤਰਾਂ ਦੇ ਨਾਲ ਐਸੇ ਰੱਬ ਨਾਲ ਟੁੱਟੇ ਹੋਏ ਸਾਖਤ ਬੰਦੇ ਦੀ ਜ਼ਿੰਦਗੀ ਨੂੰ ਤੱਕਿਆ, ਸਾਖਤ ਬੰਦੇ ਦੀ ਜ਼ਿੰਦਗੀ ਨੂੰ ਦੇਖਿਆ ਕਿ ਜਿਹੜਾ ਚੰਗਾ ਕੰਮ ਹੈ ਉਹਦੇ ਵੱਲ ਦੌੜਦਾ ਨਹੀਂ, ਮਾੜਾ ਕੰਮ ਚੰਗਾ ਲੱਗਦਾ ਹੈ। ਜੇਕਰ ਗੁਰੂ ਦੀ ਬਾਣੀ ਨੂੰ, ਗੁਰੂ ਦੀ ਉਸਤਤ ਨੂੰ ਸ਼ਰਵਣ ਕਰਨਾ ਹੈ ਤੇ ਉਹਦੇ ਵਾਸਤੇ ਬਹਿਣ ਦੇ ਲਈ ਟਾਈਮ ਨਹੀਂ, ਸਮਾਂ ਨਹੀਂ। ਜੇਕਰ ਕਿਤੇ ਕੋਈ ਮਾੜਾ ਕੰਮ ਹੁੰਦਾ ਹੋਵੇ, ਕਿਤੇ ਕਿਸੇ ਦੀ ਚੁਗਲੀ ਤੇ ਨਿੰਦਿਆ ਹੁੰਦੀ ਹੋਵੇ, ਉੱਥੇ ਬੰਦਾ ਸਵਾਦ ਲੈ ਲੈ ਕੇ ਸਮਾਂ ਗੁਜ਼ਾਰਦਾ। ਜਿੱਥੋਂ ਅੰਮ੍ਰਿਤ ਮਿਲਣਾ ਸੀ, ਚੰਗੇ ਗੁਣ, ਚੰਗੀਆਂ ਵਿਚਾਰਾਂ ਮਿਲਣੀਆਂ ਸੀ, ਉੱਥੇ ਬੰਦੇ ਕੋਲ ਸਮਾਂ ਨਹੀਂ। ਜਿੱਥੇ ਜ਼ਹਿਰ ਮਿਲਦਾ ਹੈ, ਬਿਖ ਮਿਲਦੀ ਹੈ, ਉੱਥੇ ਬੰਦਾ ਆਪਣੇ ਜੀਵਨ ਨੂੰ ਟਿਕਾ ਲੈਂਦਾ ਹੈ, ਆਪਣੇ ਜੀਵਨ ਨੂੰ ਸਥਿਰ ਕਰ ਲੈਂਦਾ, ਉੱਥੇ ਆਪਣੀ ਸੁਰਤ ਨੂੰ ਟਿਕਾ ਲੈਂਦਾ ਹੈ। ਜਿੱਥੇ ਅੰਦਰੋਂ ਗੰਦਗੀ ਨਿਕਲਣੀ ਸੀ, ਅੰਦਰੋਂ ਚੰਗੇ ਵਿਚਾਰਾਂ ਦਾ ਪ੍ਰਵੇਸ਼ ਹੋਣਾ ਸੀ, ਉਹ ਇਸ ਮਨੁੱਖ ਨੂੰ ਚੰਗੇ ਨਹੀਂ ਲੱਗਦੀ। ਇਹ ਮਨੁੱਖ ਦੀ ਫਿਤਰਤ ਹੈ, ਮਨੁੱਖ ਦਾ ਸੁਭਾਅ ਹੈ। ਸਤਿਗੁਰੂ ਜੀ ਕਿਰਪਾ ਕਰਦੇ, ਚੰਗਿਆਈ ਆਲਕ ਕਰੇ, ਬੁਰਿਆਈ ਹੋਵੇ ਸ਼ੇਰ। ਮਾੜੇ ਕੰਮਾਂ ਨੂੰ ਕਰਨ ਦੇ ਲਈ ਸ਼ੇਰਾਂ ਵਾਲਾ ਜਜ਼ਬਾ, ਸ਼ੇਰਾਂ ਵਾਲੀ ਤਾਕਤ, ਸ਼ੇਰਾਂ ਵਾਲਾ ਬਲ ਇਹਦੇ ਤਨ 'ਚ ਪੈਦਾ ਹੋ ਜਾਂਦਾ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਬਾਰਕ ਰਸਮਾਂ ਤੋਂ ਪਾਵਨ ਪਵਿੱਤਰ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ, ਜਿਸ ਨੂੰ ਆਪਾਂ ਹੁਣੇ ਸ਼ਰਵਣ ਕੀਤਾ ਹੈ। ਇਹ ਜੋ ਪਾਵਨ ਪਵਿੱਤਰ ਸ਼ਬਦ ਹੈ, ਸੋਰਠ ਰਾਗ ਦੇ ਅੰਦਰ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਇਹ ਜੋ ਪਾਵਨ ਪਵਿੱਤਰ ਸ਼ਬਦ 631 ਅੰਗ ਤੇ ਸ਼ੋਭਨੀਕ ਹੈ, ਤੇ ਸਤਿਗੁਰੂ ਜੀ ਨੇ ਇਸ ਅੰਦਰ ਦੇ ਵਲਵਲਿਆਂ ਦੀ ਗੱਲ ਕੀਤੀ ਕਿ ਮਨੁੱਖ ਜਿਸ ਕੰਮ ਦੇ ਲਈ ਸੰਸਾਰ ਦੇ ਵਿੱਚ ਆਇਆ, ਇਹਨੇ ਉਸ ਕੰਮ ਵੱਲ ਤਵੱਜੋ ਨਹੀਂ ਦਿੱਤੀ, ਧਿਆਨ ਨਹੀਂ ਦਿੱਤਾ, ਹੋਰ ਮਨ ਦੇ ਅੰਦਰ ਸੰਕਲਪ, ਮਨ ਦੇ ਅੰਦਰ ਫੁਰਨੇ, ਮਨ ਦੇ ਅੰਦਰ ਵਿਚਾਰਾਂ ਲੈ ਕੇ ਬੈਠਾ। ਸੋਰਠ ਮਹੱਲਾ 9ਵਾਂ, ਸੋਰਠ ਰਾਗ ਹੈ, ਮਹੱਲਾ ਦਾ ਅਰਥ ਸਰੀਰ, 9ਵਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ। ਵੈਰਾਗ ਦੀ ਮੂਰਤ ਤੇ ਧੀਰਜ ਦੀ ਮੂਰਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਦੇ ਨੇ। ਮਨ ਕੀ ਮਨ ਹੀ ਮਾਹੀ ਰਹੀ। ਸਤਿਗੁਰੂ ਜੀ ਕਹਿੰਦੇ ਮਾਇਆ ਵਿਹੜੇ ਮਨੁੱਖ ਦੀਆਂ ਕਈ ਵਾਰ ਮਨ ਵਿੱਚ ਹੀ ਦੱਬੀਆਂ ਰਹਿ ਜਾਂਦੀਆਂ ਨੇ। ਉਦਾਹਰਨ ਦੇ ਤੌਰ ਤੇ ਸਮਝਣ ਦਾ ਯਤਨ ਕਰੀਏ, ਮਨ ਦੀਆਂ ਮਨ ਵਿੱਚ ਕਿਵੇਂ ਰਹਿ ਜਾਂਦੀਆਂ ਨੇ। ਜਿਵੇਂ ਦੇਖੋ, ਬੰਦਾ ਸਾਰਾ ਦਿਨ ਕੰਮ ਕਰਦਾ ਹੈ ਤੇ ਰਾਤ ਨੂੰ ਆ ਕੇ ਲੰਗਰ ਪ੍ਰਸ਼ਾਦਾ ਛਕ ਕੇ ਸੌਣ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਸਲਾਹ ਕਰਦਾ ਕਿ ਮੈਂ ਸਵੇਰੇ ਆਹ ਕੰਮ ਕਰਨੇ ਨੇ, ਮੈਂ ਫਲਾਣੇ ਬੰਦੇ ਨੂੰ ਮਿਲਣਾ ਹੈ, ਮੈਂ ਫਲਾਣੇ ਬੰਦੇ ਦੇ ਨਾਲ ਹਿਸਾਬ ਕਿਤਾਬ ਕਰਨਾ ਹੈ, ਮੈਂ ਕਿਸੇ ਸਫ਼ਰ ਤੇ ਜਾਣਾ ਹੈ, ਕਿਸੇ ਨੂੰ ਨਾਲ ਲੈ ਕੇ ਜਾਣਾ ਹੈ, ਮੈਂ ਸਵੇਰੇ ਇੰਨੇ ਵਜੇ ਉੱਥੇ ਪਹੁੰਚਣਾ ਹੈ, ਇੰਨੇ ਵਜੇ ਬੱਚਿਆਂ ਨੂੰ ਸਕੂਲੇ ਛੱਡਣਾ ਹੈ। ਮਨ ਦੇ ਵਿੱਚ ਇਹ ਆਪਣਾ ਉਹਨੇ ਟਾਈਮ ਟੇਬਲ ਬਣਾਇਆ ਹੋਇਆ। ਸੌਣ ਤੋਂ ਪਹਿਲਾਂ ਇਹ ਮਨੁੱਖ ਦੇ ਮਨ ਦੇ ਵਿੱਚ ਇੱਕ ਟਾਈਮ ਟੇਬਲ, ਇੱਕ ਸਮਾਂ ਨਿਰਧਾਰਿਤ ਹੋਇਆ ਹੈ ਮਨ ਦੇ ਵਿੱਚ ਕਿ ਮੈਂ ਸਵੇਰੇ ਆਹ ਕੁਛ ਕਰਨਾ ਹੈ, ਆਹ ਕੰਮਾਂ ਦੇ ਉੱਤੇ ਜਾਣਾ ਹੈ, ਫਲਾਣੇ ਨੂੰ ਮਿਲਣਾ ਹੈ, ਕਿਸੇ ਨੂੰ ਕੁਝ ਦੇਣਾ, ਕਿਸੇ ਕੋਲ ਕੁਝ ਲੈਣਾ। ਇਹ ਮਨ ਦੇ ਵਿੱਚ ਉਹਦੇ ਫੁਰਨੇ ਹਨ। ਮਨ ਦੇ ਵਿੱਚ ਇਹ ਕੁਝ ਦੱਬ ਕੇ ਬੈਠਾ ਕਿ ਸਵੇਰੇ ਉੱਠਦਿਆਂ ਸਾਰ ਹੀ ਮੈਂ ਇਹ ਕੰਮ ਕਰਨੇ ਨੇ। ਪਰ ਸੱਚ ਕਰਕੇ ਜਾਣੇ, ਕਈ ਵਾਰ ਬੰਦਾ ਇਹ ਸੋਚ ਕੇ ਸੌਂਦਾ ਕਿ ਸਵੇਰੇ ਮੈਂ ਇਹ ਕਾਰਜ ਕਰਨੇ ਨੇ, ਇਹ ਕੰਮ ਕਰਨੇ ਨੇ, ਪਰ ਸਮੇਂ ਦਾ ਕੋਈ ਪਤਾ ਨਹੀਂ ਕਿ ਉਹ ਜਿਹੜੀ ਰਾਤ ਬੰਦੇ ਦੀ ਅਖੀਰਲੀ ਹੋਵੇ, ਉਹ ਜਿਹੜੇ ਮਨ ਦੇ ਵਿੱਚ ਉਹਨੇ ਸੋਚੇ ਸਨ ਕਿ ਆ ਫਲਾਣੇ ਥਾਂ ਮੈਂ ਜਾਣਾ ਹੈ, ਉਹ ਸਤਿਗੁਰੂ ਜੀ ਵੀ ਇਹ ਗੱਲ ਕਹਿੰਦੇ ਨੇ ਕਿ ਕਈ ਵਾਰ ਬੰਦੇ ਦੀਆਂ ਮਨ ਦੇ ਵਿੱਚ ਹੀ ਦੱਬੀਆਂ ਰਹਿ ਜਾਂਦੀਆਂ ਨੇ। ਜਿਹੜੇ ਅਰਥ ਇੱਥੇ ਸਤਿਗੁਰੂ ਜੀ ਕਿਰਪਾ ਕਰੇ, ਮਨ ਕੀ ਮਨ ਹੀ ਮਾਹੀ ਰਹੀ, ਮਾਇਆ ਵਿਹੜੇ ਬੰਦੇ ਦੀਆਂ ਮਨ ਦੇ ਵਿੱਚ ਹੀ ਰਹਿ ਜਾਂਦੀਆਂ ਨੇ। ਉਹ ਕਿਵੇਂ? ਬੰਦਾ ਸੰਸਾਰ ਦੇ ਉੱਤੇ ਆਇਆ, ਪੈਦਾ ਹੋਇਆ, ਪੈਦਾ ਹੋਣ ਤੋਂ ਬਾਅਦ ਥੋੜਾ ਜਵਾਨ ਹੋਇਆ, 15-18 ਸਾਲਾਂ ਦੇ ਵਿੱਚ ਪੜ੍ਹ ਲਿਖ ਗਿਆ, 20 ਸਾਲਾਂ ਦੇ ਵਿੱਚ, ਤੇ ਮਨ ਦੇ ਵਿੱਚ ਸੋਚਦਾ ਮੈਂ ਪੜ੍ਹ ਕੇ ਫਲਾਣੀ ਨੌਕਰੀ ਕਰਾਂਗਾ, ਨੌਕਰੀ ਕਰਨ ਤੋਂ ਬਾਅਦ ਮੈਂ ਆਪਣਾ ਸੋਹਣਾ ਘਰ ਬਣਾਵਾਂਗਾ, ਘਰ ਬਣਾਉਣ ਤੋਂ ਬਾਅਦ ਵਿਆਹ ਕਰਾਵਾਂਗਾ, ਵਿਆਹ ਕਰਾਉਣ ਤੋਂ ਬਾਅਦ ਬੱਚੇ ਪੈਦਾ ਹੋਣਗੇ, ਬੱਚਿਆਂ ਨੂੰ ਪੜ੍ਹਾਵਾਂਗਾ। ਏਦਾਂ ਕਰਕੇ ਮਨ ਦੇ ਵਿੱਚ ਸੋਚ ਕੇ ਬੈਠਾ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਮਾਲਕ ਨੂੰ ਮਨ ਦੇ ਵਿੱਚ ਧਿਆਉਣਾ ਸੀ, ਜਿਹੜੇ ਮਾਲਕ ਨੂੰ ਮਨ ਦੇ ਵਿੱਚ ਪ੍ਰਾਪਤ ਕਰਨਾ ਸੀ, ਜਿਸ ਮਾਲਕ ਦੀ ਇਬਾਦਤ ਇਸ ਹਿਰਦੇ ਦੇ ਵਿੱਚੋਂ, ਮਨ ਦੇ ਵਿੱਚੋਂ ਨਿਕਲਣੀ ਸੀ, ਉਹ ਤੇ ਇਹਨੂੰ ਵਿਸਰ ਗਿਆ। ਤੇ ਉਹ ਗੱਲਾਂ ਚੇਤੇ ਰਹਿ ਗਈਆਂ ਕਿ ਆਹ ਕੁਛ ਜੀਵਨ ਦੇ ਵਿੱਚ ਕਰਨ ਆਇਆ, ਆਹ ਕੁਝ ਮੈਂ ਪ੍ਰਾਪਤ ਕਰਨਾ, ਆਹ ਕੁਝ ਕਰਨਾ ਹੈ। ਸਤਿਗੁਰੂ ਜੀ ਕਹਿੰਦੇ ਐਵੇਂ ਕਰਕੇ ਮਨ ਦੀਆਂ ਕਈ ਵਾਰ ਮਨ ਦੇ ਵਿੱਚ ਹੀ ਰਹਿ ਜਾਂਦੀਆਂ। ਜੋ ਬੰਦਾ ਸੋਚਦਾ ਉਹ ਹੁੰਦਾ ਕੁਛ ਨਹੀਂ। ਕਈ ਵਾਰ ਬੰਦਾ ਬੜੇ ਤਗੜੇ ਸੁਪਨੇ ਮਨ ਦੇ ਵਿੱਚ ਲੈਂਦਾ, ਬੜਾ ਕੁਝ ਸੋਚਦਾ ਹੈ ਕਿ ਮੈਂ ਆਹ ਕੁਛ ਕਰਾਂਗਾ, ਆਹ ਕੁਛ ਕਰਾਂਗਾ। ਉਹ ਬੰਦਾ ਉਸ ਕੰਮ ਦੇ ਵਿੱਚ ਕਾਮਯਾਬ ਨਹੀਂ ਹੁੰਦਾ, ਕਿਉਂਕਿ ਜੇਕਰ ਕਰਤੇ ਨੂੰ ਮਨ ਦੇ ਵਿੱਚ, ਸੁਰਤ ਦੇ ਵਿੱਚ ਲੈ ਕੇ ਬੰਦਾ ਕੋਈ ਵੀ ਕਾਰਜ ਕਰੇਗਾ ਨਾ, ਤੇ ਮਾਲਕ ਉਹਦੇ ਕਾਰਜ ਆਪ ਸਵਾਰੇਗਾ। ਜਦੋਂ ਸੇਵਕ ਬਣ ਕੇ, ਉਹਦੇ ਚਰਨਾਂ ਦੀ ਧੂੜ ਬਣ ਕੇ ਕਿਸੇ ਕੰਮ ਨੂੰ ਵੀ ਹੱਥ ਲਾਵੇਗਾ, ਉਹ ਮਾਲਕ ਸੱਚਮੁੱਚ ਹੀ ਸੰਪੂਰਨ ਕਰ ਦੇਵੇਗਾ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਜੇ ਗੁਰੂ ਅੱਗੇ ਅਰਦਾਸ ਕੀਤੀ ਹੋਵੇ, ਗੁਰੂ ਅੱਗੇ ਅਰਜ਼ੋਈ ਕੀਤੀ ਹੋਵੇ, ਤੇ ਸਤਿਗੁਰੂ ਜੀ ਕਹਿੰਦੇ ਕੀਤਾ ਲੋੜੀਏ ਕਾਮ ਸੁਹਾਰ ਪਏ ਆਖੀਐ, ਕਾਰਜ ਦਏ ਸਵਾਰ ਸਤ ਗੁਰ ਸੱਚ ਸਾਖੀਐ। ਉਹ ਆਪਣੇ ਪਿਆਰਿਆਂ ਦੇ ਕਾਰਜ ਆਪ ਸਵਾਰ ਦਿੰਦਾ ਹੈ।
ਜਿਵੇਂ ਭਗਤ ਧੰਨਾ ਜੀ ਨੇ ਮੰਗ ਕੀਤੀ ਉਸ ਮਾਲਕ ਅੱਗੇ, ਅੱਜ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ। ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ, ਤੇ ਭਗਤ ਧੰਨਾ ਜੀ ਨੇ ਵੀ ਉਸ ਮਾਲਕ ਦੇ ਅੱਗੇ, ਵਾਹਿਗੁਰੂ ਜੀ ਦੇ ਅੱਗੇ ਅਰਜ਼ੋਈ ਕੀਤੀ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸਿੱਧਾ ਮੰਗੂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ, ਪਣੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ, ਗਊ ਪੈਸ ਮੰਗੂ ਨ ਮੇਰੀ ਇਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ ਜਨ ਧੰਨਾ ਦੇਵੈ ਮੰਗੀ। ਜੇਕਰ ਉਸ ਮਾਲਕ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਅਰਜ਼ੋਈ ਕਰੇ ਤੇ ਮਾਲਕ ਜਿਹੜਾ ਵਾਹਿਗੁਰੂ ਹੈ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰ ਦਿੰਦਾ ਹੈ, ਪਰ ਉਹਦੇ ਤੇ ਅਕੀਦਾ ਭਰੋਸਾ ਵਿਸ਼ਵਾਸ ਹੋਵੇ, ਸੱਚਮੁੱਚ ਉਹ ਹਿਰਦੇ ਦੇ ਵਿੱਚ ਹੋਵੇ, ਤੇ ਫਿਰ ਦੁਨਿਆਵੀ ਵਸਤੂਆਂ ਦੇ ਅੱਗੇ ਮਾਇਆ ਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਸਤਿਗੁਰੂ ਜੀ ਕਹਿੰਦੇ ਜਿਹੜੀ ਮਾਇਆ ਨੂੰ ਫਿਰ ਦਾਸੀ ਬਣ ਜਾਂਦੀ ਹੈ, ਚੇਲੀ ਬਣ ਜਾਂਦੀ ਹੈ, ਉਹ ਫਿਰ ਪਰਮਾਤਮਾ ਦੇ ਭਗਤਾਂ ਦੀ ਦਾਸੀ ਬਣ ਕੇ ਉਹਨਾਂ ਦੇ ਆਪ ਕਾਰਜ ਸਵਾਰਦੀ ਹੈ। ਬੰਦੇ ਨੂੰ ਦੌੜਨ ਦੀ ਜ਼ਰੂਰਤ ਨਹੀਂ। ਬੰਦਾ ਮਨ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦੇ ਸੰਕਲਪ, ਇਸ ਤਰ੍ਹਾਂ ਦੇ ਵਿਚਾਰ ਲੈ ਕੇ ਚੱਲਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਜਦੋਂ ਮਾਇਆ ਵਿਹੜਿਆ ਬੰਦਾ ਕੁਝ ਦੁਨਿਆਵੀ ਫੁਰਨਿਆਂ ਦੇ ਵਿੱਚ ਖਚਿਤ ਹੋ ਕੇ ਹੀ ਜ਼ਿੰਦਗੀ ਨੂੰ ਗੁਜ਼ਾਰ ਦਿੰਦਾ ਹੈ। ਤੇ ਸੱਚ ਕਰਕੇ ਜਾਣ ਕਈ ਵਾਰ ਬੰਦੇ ਦੇ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀ ਹੈ, ਜੇ ਉਹ ਕਰਤਾ ਇਸ ਹਿਰਦੇ ਦੇ ਵਿੱਚ ਨਹੀਂ, ਜੇ ਉਸ ਕਰਤੇ ਦੀ ਯਾਦ ਨਹੀਂ, ਜੇ ਕਰਤਾ ਮਨ ਦੇ ਵਿੱਚ ਨਹੀਂ, ਤਨ ਦੇ ਵਿੱਚ ਨਹੀਂ, ਤੇ ਫਿਰ ਸਤਿਗੁਰੂ ਜੀ ਕਹਿੰਦੇ ਬੰਦਾ ਭਟਕਦਾ ਰਹਿੰਦਾ। ਮਾਇਆ ਵਿਹੜੇ ਬੰਦੇ ਦੀਆਂ ਮਨ ਵਿੱਚ ਹੀ ਰਹਿ ਜਾਇਆ ਕਰਦੀਆਂ ਨੇ। ਮਨ ਕੀ ਮਨ ਹੀ ਮਾਹੀ ਰਹੀ, ਨਾ ਹਰ ਭਜੇ। ਸਤਿਗੁਰੂ ਜੀ ਕਹਿੰਦੇ ਨਾ ਤੇ ਉਸ ਹਰੀ ਦਾ ਭਜਨ ਕਰਦਾ ਹੈ, ਨਾ ਉਹਨੂੰ ਯਾਦ ਕਰਦਾ ਹੈ, ਨਾ ਉਹਨੂੰ ਚੇਤੇ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਬੜੇ ਸਮੇਂ ਬਾਅਦ ਜਿਹੜਾ ਜੀਵਨ ਮਿਲਿਆ, ਇਹਨੂੰ ਬੰਦੇ ਨੇ ਇਵੇਂ ਹੀ ਇਹਨੂੰ ਵਿਅਰਥ ਗਵਾ ਦਿੱਤਾ ਕਿ ਇਹ ਸਮਾਂ ਉਸ ਮਾਲਕ ਦੇ ਨਾਲ ਇੱਕ-ਮਿਕ ਹੋਣ ਦਾ ਸੀ ਕਿ ਇੰਨੇ ਸਮੇਂ ਬਾਅਦ ਸਤਿਗੁਰੂ ਜੀ ਕਹਿੰਦੇ ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਸਤਿਗੁਰੂ ਜੀ ਕਹਿੰਦੇ, ਬਾਬਾ ਰਵਿਦਾਸ ਜੀ ਕਹਿੰਦੇ ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ ਮਾਲਕ ਜੀ ਤੁਹਾਡੇ ਤੋਂ ਵਿਛੜਿਆਂ ਨੂੰ, ਬਹੁਤ ਜਨਮ, ਬੜਾ ਸਮਾਂ ਹੋ ਗਿਆ ਤੁਹਾਡੇ ਨਾਲ ਵਿਛੜਿਆਂ ਨੂੰ, ਤੁਹਾਡੇ ਨਾਲ ਟੁੱਟਿਆਂ ਨੂੰ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਆ ਜਿਹੜਾ ਜੀਵਨ ਤੁਹਾਡੇ ਅੱਗੇ ਸਮਰਪਿਤ ਹੈ, ਤੁਹਾਡੇ ਅੱਗੇ ਮੈਂ ਅਰਪਣ ਕਰਦਾ ਹਾਂ ਮਾਲਕ ਜੀ। ਬੜਾ ਸਮਾਂ ਹੋ ਗਿਆ ਤੁਹਾਡੇ ਨਾਲ ਟੁੱਟਿਆਂ ਨੂੰ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਮੈਂ ਤੇ ਇਸ ਆਸ ਦੇ ਉੱਤੇ ਜਿਉਣਾ ਹਾਂ ਕਿ ਬੜਾ ਸਮਾਂ ਹੋ ਗਿਆ ਤੇਰੇ ਦਰਸ਼ਨ ਕੀਤੇ ਨੇ ਮਾਲਕ ਜੀ, ਆ ਜਿਹੜਾ ਜਨਮ ਹੈ ਤੇਰੇ ਲੇਖੇ ਲੱਗ ਜਾਵੇ। ਤੇ ਸਤਿਗੁਰੂ ਜੀ ਕਹਿੰਦੇ ਮਿਲ ਜਗਦੀਸ਼ ਮਿਲਨ ਕੀ ਬੜੀਆ, ਚਿਰੰਕਾਲ ਏ ਦੇਹ ਸੰਜਰੀਆ। ਸਤਿਗੁਰੂ ਜੀ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬੜੀਆ, ਨਾ ਹਰ ਭਜੇ। ਮਾਲਕ ਨੂੰ ਸਿਮਰਦਾ ਨਹੀਂ, ਉਹਦੀ ਯਾਦ ਦੇ ਵਿੱਚ ਨਹੀਂ ਜੁੜਦਾ। ਤੇ ਸਤਿਗੁਰੂ ਜੀ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬੜੀਆ, ਉਸ ਜਗਦੀਸ਼ ਉਸ ਵਾਹਿਗੁਰੂ ਪਰਮਾਤਮਾ ਨੂੰ ਮਿਲ। ਇਹ ਸਮਾਂ ਮਿਲਿਆ ਹੈ ਉਸ ਦੇ ਨਾਲ ਮਿਲਾਪ ਕਰਨ ਦੇ ਲਈ। ਦੁਨਿਆਵੀ ਪਦਾਰਥਾਂ ਦੇ ਵਿੱਚ ਖਚਿਤ ਹੋ ਕੇ ਜੀਵਨ ਦੀ ਰਾਸ ਪੂੰਜੀ ਨੂੰ ਕਿਤੇ ਐਵੇਂ ਵਿਅਰਥ ਨਾ ਗਵਾਈ ਜਾ। ਦੁਨਿਆਵੀ ਵਸਤੂਆਂ ਦੀ ਧਨ ਦੌਲਤ ਦੀ ਜਿੱਥੇ ਜ਼ਰੂਰਤ ਹੈ, ਉੱਥੇ ਉਸ ਕਰਤੇ ਦੀ ਵੀ ਯਾਦ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਸਤਿਗੁਰੂ ਨੇ ਚਿਰੰਕਾਲ ਦਾ ਅਰਥ ਹੈ 84 ਲੱਖ ਜੂਨਾਂ ਤੋਂ ਬਾਅਦ। ਚਿਰੰਕਾਲ ਇਹ ਦੇਹ ਸੰਜਰੀਆ, ਬੜੇ 84 ਲੱਖ ਜੂਨਾਂ ਤੋਂ ਬਾਅਦ ਇਹ ਜੀਵਨ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਨਾ ਹਰ ਭਜੇ, ਨਾ ਤੀਰਥ ਸੇਵੇ, ਨਾ ਉਸ ਗੁਰੂ ਦੀ ਸੇਵਾ ਕਰਦਾ ਹੈ, ਨਾ ਉਹਨਾਂ ਸੰਤ ਜਨਾਂ ਦੀ ਸੰਗਤ ਕਰਦਾ ਹੈ, ਨਾ ਗੁਰੂ
ਦੀ ਸੇਵਾ ਕਰਦਾ ਹੈ, ਨਾ ਉਹ ਸੰਤ ਸਾਧ ਦੀ ਸੇਵਾ ਕਰਦਾ ਹੈ, ਜਿਹਦੇ ਕਰਕੇ ਇਹਦੇ ਜੀਵਨ ਦੇ ਅੰਦਰ ਉਹ ਸੇਵਾ ਦਾ ਫਲ ਪੈਦਾ ਹੋਣਾ ਸੀ। ਸੇਵਾ ਦੇ ਨਾਲ ਅੰਦਰ ਨਿਮਰਤਾ ਪੈਦਾ ਹੋਣੀ ਸੀ। ਜੀਵ ਸੇਵਾ ਦੇ ਨਾਲ ਅੰਦਰੋਂ ਮੈਂ ਮੇਰੀ ਖਤਮ ਹੋਣੀ ਸੀ, ਹੰਕਾਰ ਦਾ ਨਾਸ਼ ਹੋਣਾ ਸੀ। ਸਤਿਗੁਰੂ ਜੀ ਕਹਿੰਦੇ ਉਹ ਕਰਮ ਇਹ ਕਰਦਾ ਕੋਈ ਨਹੀਂ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਚੋਟੀ ਦਾ ਅਰਥ ਹੈ ਬੋਧੀ। ਸਤਿਗੁਰੂ ਜੀ ਕਹਿੰਦੇ ਕਾਲ ਦਾ ਅਰਥ ਹੈ ਮੌਤ। ਇਹਨੇ ਕੋਈ ਧਾਰਮਿਕ ਕਰਮ ਨਹੀਂ ਕੀਤਾ, ਕੋਈ ਧਰਮੀਆਂ ਵਾਲਾ ਕੋਈ ਕਾਰਜ ਨਹੀਂ ਕੀਤਾ। ਐਵੇਂ ਕਰਕੇ ਆਪਣੀ ਜ਼ਿੰਦਗੀ ਨੂੰ ਗੁਜ਼ਾਰੀ ਗਿਆ, ਬਤੀਤ ਕਰਦਾ ਗਿਆ। ਜਿਸ ਕਾਰਜ ਲਈ ਸੰਸਾਰ ਦੇ ਵਿੱਚ ਆਇਆ ਉਹ ਕਾਰਜ ਅਧੂਰਾ ਹੀ ਰਹਿ ਗਿਆ। ਨਾ ਹਰਿ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਕਾਲ ਦਾ ਕਿ ਮੌਤ ਨੇ ਆ ਦਬੋਚਿਆ ਇਸ ਨੂੰ। ਮੌਤ ਨੇ ਆ ਦਬੋਚਿਆ। ਬੰਦੇ ਨੇ ਸੋਚਿਆ ਥੋੜਾ ਸੀ ਕਿ ਮੈਨੂੰ ਇਤਨੀ ਜਲਦੀ ਮੌਤ ਆ ਜਾਵੇਗੀ। ਸਤਿਗੁਰੂ ਜੀ ਕਹਿੰਦੇ ਇਹਦੀ ਤੇ ਹਾਲਤ ਉਹ ਹੋਈ, ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਨਾ ਵਿਸਰੀਆਂ, ਜੋ ਮਨ ਚਿਤ ਨ ਚੇਤੇ ਸਨ, ਸੇ ਗਾਲੀ ਰੱਬ ਕੀਆਂ। ਸਤਿਗੁਰੂ ਜੀ ਕਹਿੰਦੇ ਦਰਿਆ ਦੇ ਕੰਢੇ ਦੇ ਉੱਤੇ ਇੱਕ ਬਗਲਾ ਹੈ। ਗੱਲ ਤੇ ਸਤਿਗੁਰੂ ਨੇ ਇਸ ਜੀਵਨ ਦੀ ਆਧਾਰ ਦਿੱਤੀ ਕਿ ਬਗਲਾ ਇੱਕ ਦਰਿਆ ਦੇ ਕੰਢੇ ਦੇ ਉੱਤੇ ਬੈਠ ਕੇ ਬੜੀਆਂ ਮੌਜਾਂ ਮਸਤੀਆਂ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਮਨੁੱਖ ਵੀ ਸੰਸਾਰ ਦੇ ਵਿੱਚ ਆ ਕੇ ਜਗ ਦੇ ਤਮਾਸ਼ਿਆਂ ਦੇ ਵਿੱਚ, ਜਗ ਦੇ ਮੇਲਿਆਂ ਦੇ ਵਿੱਚ, ਜਗ ਦੀਆਂ ਖੁਸ਼ੀਆਂ ਖੇੜਿਆਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਬੜਾ ਮਸਤ ਹੋਇਆ ਪਿਆ, ਬੜਾ ਇਹਦੇ ਵਿੱਚ ਉਲਝਿਆ ਪਿਆ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਕੇਲ ਕਰਕੇ ਬੜੀਆਂ ਖੁਸ਼ੀਆਂ ਮੰਗਦਾ ਹੈ। ਇਹ ਬੰਦਾ ਵੀ ਸੰਸਾਰ ਦੇ ਵਿੱਚ ਆ ਕੇ, ਜਗਤ ਦੇ ਵਿੱਚ ਆ ਕੇ ਬੜੀਆਂ ਐਸ਼ੋ ਇਸ਼ਰਤ ਕਰਦਾ, ਬੜੇ ਖੁਸ਼ੀਆਂ ਖੇੜੇ ਮਨਾਉਂਦਾ, ਬੜੇ ਤਮਾਸ਼ੇ ਦੇਖਦਾ ਸੰਸਾਰ ਦੇ ਵਿੱਚ ਆ ਕੇ। ਨਾ ਹਰਿ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਸਤਿਗੁਰੂ ਜੀ ਕਹਿੰਦੇ ਮੌਤ ਨੇ ਆਦ ਬੋਚਿਆ, ਨਾ ਇਹਨੇ ਰੱਬ ਨੂੰ ਸਿਮਰਿਆ, ਨਾ ਸੰਤ ਜਨਾਂ ਦੀ ਸੇਵਾ ਕੀਤੀ। ਇਹਨੇ ਸਤਿਗੁਰੂ ਜੀ ਕਹਿੰਦੇ ਏਦਾਂ ਹੀ ਜੀਵਨ ਗੁਜ਼ਾਰ ਦਿੱਤਾ। ਐਵੇਂ ਅਚਨਚੇਤ ਹੀ ਮੌਤ ਨੇ ਆ ਇਹਦੇ ਉੱਤੇ ਹਮਲਾ ਕੀਤਾ। ਚੋਟੀ ਕਾਲ ਗਹੀ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਅਚਿੰਤੇ ਦਾ ਮਤਲਬ ਕਿ ਅਚਨਚੇਤ, ਜਿਹੜਾ ਕੋਈ ਚੇਤਾ ਨਹੀਂ। ਅਚਨਚੇਤ ਸਤਿਗੁਰੂ ਜੀ ਕਹਿੰਦੇ ਮੌਤ ਨੇ ਆ ਦਬੋਚਿਆ ਇਹਨੂੰ। ਮੌਤ ਨੇ ਆ ਇਹਨੂੰ ਢੇਰੀ ਕਰ ਦਿੱਤਾ। ਮੌਤ ਨੇ ਇਹਨੂੰ ਆਪਣਾ ਸੋਚਣ ਦਾ ਸਮਾਂ ਵੀ ਨਹੀਂ ਦਿੱਤਾ। ਇਹ ਬੰਦਾ ਆਪਣੀ ਜਾਨ ਨੂੰ ਬਚਾਉਂਦਾ। ਜਦੋਂ ਚਾਣ ਚਾਕੀ ਕੋਈ ਮੰਨ ਲਓ ਸਰੀਰ ਤੇ ਹਮਲਾ ਹੋ ਜਾਂਦਾ, ਕੋਈ ਬੰਦੇ ਨੇ ਸੋਚਿਆ ਵੀ ਨਹੀਂ ਸੀ ਕਿ ਆ ਜਿਹੜਾ ਹਮਲਾ ਮੇਰੇ ਉੱਤੇ ਹੋ ਜਾਵੇਗਾ। ਬੰਦੇ ਨੇ ਸੋਚਿਆ ਨਹੀਂ ਸੀ ਕਿ ਆ ਹਮਲਾ ਮੇਰੇ ਉੱਤੇ ਹੋ ਜਾਏਗਾ। ਬੜੇ ਆਰਾਮ ਦੇ ਨਾਲ ਸੰਸਾ ਬੈਠਾ ਤੇ ਚਾਣ ਚੱਕ ਪਤਾ ਨਹੀਂ ਕਿਧਰੋਂ ਕੋਈ ਹਮਲਾ ਹੋ ਗਿਆ, ਕਿਧਰੋਂ ਕੋਈ ਗੋਲੀ, ਕਿਧਰੋਂ ਕੋਈ ਬਰੂਦ, ਕਿਧਰੋਂ ਕੋਈ ਬੰਬ ਚੱਲਿਆ, ਕਿਧਰੋਂ ਭੁਚਾਲ ਆਇਆ, ਹਨੇਰੀ ਆਈ, ਕਿਧਰੋਂ ਦਰਿਆਵਾਂ ਦੇ ਪਾਣੀ ਜਿਹੜੇ, ਜਿਵੇਂ ਪਾਣੀ ਜਿਹੜਾ ਆਪਣੇ ਆਪ ਤੋਂ ਜਿਹੜਾ ਆਪਣਾ ਆਪ ਖੋ ਕੇ ਕਈ ਵਾਰ ਏਦਾਂ ਹੋ ਜਾਂਦਾ। ਬੰਦਾ ਖਲੋਤਾ ਪਾਣੀ ਦੇ ਕਿਨਾਰੇ ਹੁੰਦਾ ਤੇ ਪਤਾ ਨਹੀਂ ਕਿਹੜੇ ਵੇਲੇ ਪਾਣੀ ਦੀਆਂ ਛੱਲਾਂ ਆਉਂਦੀਆਂ ਨੇ, ਬੰਦੇ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਨੇ। ਬੰਦਾ ਉਹਦੇ ਤੋਂ ਜਾਨ ਬਚਾਉਂਦਾ, ਬੰਦਾ ਹੱਥ ਠੇਡੇ ਕਰਦਾ, ਹੱਥ ਸਾਰੇ ਬੰਨੇ ਕੋਸ਼ਿਸ਼ ਕਰਦਾ, ਹੱਥ ਪੈਰ ਮਾਰਦਾ ਕਿ ਮੈਂ ਇਹਦੇ ਤੋਂ ਬਚ ਜਾਵਾਂ। ਸਤਿਗੁਰੂ ਜੀ ਕਹਿੰਦੇ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਅਚਨਚੇਤ ਹੀ ਏਦਾਂ ਦਾ ਸਮਾਂ ਬਣ ਗਿਆ ਕਿ ਬੰਦਾ ਹੱਸਦਾ ਖੇਡਦਾ ਹੀ ਉਹਨੂੰ ਏਦਾਂ ਦੀ ਹਫੜਾ ਤਫੜੀ ਪੈ ਗਈ ਕਿ ਉਹ ਆਪਣੀ ਤਨ ਨੂੰ ਬਚਾਉਣ ਦੇ ਵਿੱਚ ਲੱਗ ਗਿਆ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਸਤਿਗੁਰੂ ਜੀ ਕਹਿੰਦੇ ਨੇ ਕਿ ਮੌਤ ਰੂਪੀ ਬਾਜ ਜਦੋਂ ਮੌਤ ਅੱਗੇ ਦਿਖਾਈ ਦਿੱਤੀ, ਕੇਲਾਂ ਵਿਸਰੀਆਂ ਜਿਹੜੀਆਂ ਮਨ ਦੇ ਵਿੱਚ ਬੜਾ ਕੁਝ ਸੋਚ ਕੇ ਬੈਠਾ ਸੀ, ਉਹ ਸਤਿਗੁਰੂ ਜੀ ਕਹਿੰਦੇ ਜਿਹੜੇ ਚਾਅ ਖੁਸ਼ੀਆਂ ਖਵਾਬ ਸਨ ਮਨ ਦੇ ਵਿੱਚ, ਉਹ ਸਾਰਾ ਕੁਝ ਇੱਕ ਪਲ ਦੇ ਵਿੱਚ ਵਿਸਰ ਗਿਆ।
क्योंकि जो बंदे नूं मौत अगे दिखाई दिंदी होवे ना, फिर वो अग्गा नहीं देखता, वो अपने आप को बचाने की कोशिश करता है। वो ਜਿਹੜੇ ਮਨ ਦੇ ਵਿੱਚ ਖੁਆਬ ਸੀ ਉਹਨਾਂ ਨੂੰ ਵਿਸਾਰ ਦਿੰਦਾ ਕਿ ਮੇਰਾ ਜੇ ਤਨ ਬਚ ਜਾਵੇਗਾ ਤੇ ਖੁਆਬ ਬਾਅਦ ਵਿੱਚ ਵੀ ਵੇਖੇ ਜਾਣਗੇ, ਬਾਅਦ ਵਿੱਚ ਵੀ ਖੁਸ਼ੀਆਂ ਖੇੜੇ ਮਨਾਏ ਜਾਣਗੇ। ਜੇ ਤਨ ਹੀ ਨਾ ਬਚਿਆ, ਜੇ ਮੌਤ ਹੋ ਗਈ ਤੇ ਫਿਰ ਇਸ ਖੁਸ਼ੀਆਂ ਖੇੜਿਆਂ ਨੂੰ ਕੀ ਕਰਨਾ? ਇਹ ਤੇ ਜਿਉਂਦੇ ਜੀਏ, ਇਹ ਤੇ ਜੱਗ ਜਿਉਂਦਿਆਂ ਦੇ ਮੇਲੇ ਨੇ, ਮਰਨ ਤੋਂ ਬਾਅਦ ਕੁਛ ਨਹੀਂ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸੜੀਆਂ, ਜੋ ਮਨ ਚੇਤਨ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਸਤਿਗੁਰੂ ਜੀ ਕਹਿੰਦੇ ਜਿਹੜੀ ਮਨ ਦੇ ਵਿੱਚ ਸੋਚੀ ਵੀ ਨਹੀਂ ਸੀ ਕਿ ਕਿਤੇ ਏਦਾਂ ਦਾ ਵੀ ਸਮਾਂ ਬਣੂਗਾ, ਚਾਣ ਚਾਕੀ ਕਿਤੇ ਆਪਣਾ ਤਨ ਦੇ ਵਿੱਚੋਂ ਸਵਾਸ ਨਿਕਲ ਜਾਣਗੇ, ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਵਾਂਗਾ, ਰਸਤੇ 'ਚ ਜਾਂਦਾ ਜਾਂਦਾ ਬੰਦੇ ਦਾ ਐਕਸੀਡੈਂਟ ਹੋ ਜਾਂਦਾ, ਬੰਦਾ ਮੌਤ ਦੇ ਮੂੰਹ ਦੇ ਵਿੱਚ। ਬੰਦੇ ਨੇ ਸੋਚਿਆ ਥੋੜਾ, ਬੰਦਾ ਘਰੋਂ ਚੱਲਣ ਲੱਗਿਆ, ਇਹ ਗੱਲ ਤਾਂ ਨਹੀਂ ਨਾ ਸੋਚਦਾ ਕਿ ਰਸਤੇ 'ਚ ਜਾਂਦੇ ਜਾਂਦੇ ਮੇਰੀ ਮੌਤ ਹੋ ਜਾਵੇਗੀ, ਐਕਸੀਡੈਂਟ ਹੋ ਜਾਵੇਗਾ, ਹਾਰਟ ਅਟੈਕ ਹੋ ਜਾਵੇ, ਕੋਈ ਬਿਮਾਰੀ ਪੈਦਾ ਰਸਤੇ ਦੇ ਵਿੱਚ, ਕੋਈ ਇਦਾਂ ਦਾ ਰੋਗ ਲੱਗ ਜਾਵੇਗਾ। ਬੰਦਾ ਨਹੀਂ ਸੋਚਦਾ। ਸਤਿਗੁਰੂ ਜੀ ਕਹਿੰਦੇ ਨੇ ਜੋ ਮਨ ਚੇਤਨ ਚੇਤੇ ਸਨ, ਸੋ ਗਾਲੀ ਰੱਬ ਦੀਆਂ। ਹੋਇਆ ਉਹ ਕੁਝ ਜੋ ਮਨ ਦੇ ਵਿੱਚ ਸੋਚਿਆ ਵੀ ਨਹੀਂ ਸੀ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਚੋਟੀ ਕਾਲ ਕਹੀ ਅਚਨ ਚੇਤ, ਪਤਾ ਨਹੀਂ ਕਦੋਂ ਮੌਤ ਨੇ ਤੈਨੂੰ ਦਬੋਚ ਲੈਣਾ, ਕਦੋਂ ਮੌਤ ਨੇ ਤੇਰੇ ਉੱਤੇ ਆਪਣਾ ਜਾਲ ਸੁੱਟ ਲੈਣਾ, ਉਹਦੇ ਵਿੱਚੋਂ ਨਿਕਲਣਾ ਇਤਨਾ ਔਖਾ ਹੋ ਜਾਣਾ ਕਿ ਜਿਹੜਾ ਜਾਲ ਦੇ ਵਿੱਚ ਫਸ ਜਾਵੇ ਨਾ, ਉਹਨੂੰ ਨਿਕਲਣਾ ਉਹਦੇ ਵਾਸਤੇ ਬੜਾ ਮੁਸ਼ਕਲ ਹੈ। ਜਿਹੜੀ ਮੱਛੀ ਜਾਲ ਦੇ ਵਿੱਚ ਫਸ ਜਾਇਆ ਕਰਦੀ ਹੈ ਨਾ, ਉਹ ਉਸ ਜਾਲ ਦੇ ਵਿੱਚੋਂ ਆਪਣੇ ਆਪ ਨੂੰ ਛੁਡਵਾ ਨਹੀਂ ਸਕਦੀ, ਉਹਦੇ ਚੋਂ ਆਪਣੇ ਆਪ ਨੂੰ ਆਜ਼ਾਦ ਨਹੀਂ ਕਰਵਾ ਸਕਦੀ। ਜਦੋਂ ਮੌਤ ਦੇ ਜਾਲ ਦੇ ਵਿੱਚ ਬੰਦਾ ਫਸ ਗਿਆ, ਦੁਨੀਆ ਦੀ ਕੋਈ ਤਾਕਤ ਨਹੀਂ ਇਹਨੂੰ ਉਹਦੇ ਚੋਂ ਕੱਢ ਸਕੇ, ਇਹਨੂੰ ਬਚਾ ਸਕੇ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਸਾਡੇ ਤ੍ਰੈ ਮਨ ਦੇਹੁਰੀ, ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ, ਵਤ ਅਸੂਨੀ ਬੰਦ, ਮਲਕਨ ਮੌਤ ਜਾਂ ਆਵਸੀ, ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਦੇਖੋ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗੇ ਆਏ ਕੰਨ। ਸਤਿਗੁਰੂ ਜੀ ਕਹਿੰਦੇ ਦੇਖ ਕਿ ਸਾਡੇ ਤ੍ਰੈ ਫਰੀਦਾ, ਸਾਡੇ ਤ੍ਰੈ ਮਨ ਦੇਹੁਰੀ, ਚੱਲੇ ਪਾਣੀਆਂ। ਸਤਿਗੁਰੂ ਸਰੀਰ ਨੂੰ ਚੱਲਣ ਵਾਸਤੇ, ਸਰੀਰ ਨੂੰ ਚਲਾਉਣ ਵਾਸਤੇ, ਇਹਦੇ ਵਾਸਤੇ ਭੋਜਨ ਤੇ ਪਾਣੀ ਦੀ ਜ਼ਰੂਰਤ ਹੈ। ਸਾਡੇ ਤ੍ਰੈ ਮਨ ਦੇਹੁਰੀ, ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ, ਵੱਧ ਅਸੂਨੀ ਬੰਨ। ਸਤਿਗੁਰੂ ਜੀ ਕਹਿੰਦੇ ਬੜੀਆਂ ਸੋਹਣੀਆਂ ਆਸ਼ਾਵਾਂ ਲੈ ਕੇ ਸੰਸਾਰ ਦੇ ਵਿੱਚ ਆਇਆ ਹੈ ਮਨੁੱਖ। ਆਇਓ ਬੰਦਾ ਦੁਨੀ ਵਿੱਚ, ਵੱਧ ਅਸੂਨੀ ਬੰਨ। ਫਿਰ ਸਤਿਗੁਰੂ ਜੀ ਕਹਿੰਦੇ ਮਲਕਲ ਮੌਤ ਜਾਂ ਆਪ ਸੀ, ਸਭ ਦਰਵਾਜੇ ਭੰਨ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਸਤਿਗੁਰੂ ਜੀ ਕਹਿੰਦੇ ਨੇ ਆਇਓ ਬੰਦਾ ਦੁਨੀ ਵਿੱਚ, ਵੱਧ ਅਸੂਨੀ ਬੰਨ, ਮਲਕਲ ਮੌਤ ਜਾਂ ਆਪ ਸੀ, ਸਭ ਦਰਵਾਜੇ ਭੰਨ। ਸਤਿਗੁਰੂ ਜੀ ਕਹਿੰਦੇ ਜਦੋਂ ਮੌਤ ਆਉਂਦੀ ਹੈ ਨਾ, ਦਰਵਾਜੇ ਇਹ ਨੇ ਜਿਹੜੇ ਖਿੜਕੀਆਂ ਬਾਰੀਆਂ ਸਾਡੇ ਘਰਾਂ ਨੂੰ ਲੱਗੀਆਂ, ਕੋਈ ਸ਼ੀਸ਼ੇ ਦੀਆਂ ਖਿੜਕੀਆਂ ਨੇ, ਕੋਈ ਸ਼ੀਸ਼ੇ ਦੇ ਦਰਵਾਜ਼ੇ, ਲੱਕੜ ਦੇ ਦਰਵਾਜ਼ੇ ਲੱਗੇ ਨੇ, ਇਹਨਾਂ ਦੀ ਗੱਲ ਨਹੀਂ ਕੀਤੀ ਸਤਿਗੁਰੂ ਜੀ ਨੇ। ਇਹ ਤੇ ਸਤਿਗੁਰੂ ਜੀ ਕਹਿੰਦੇ ਆ ਜਿਹੜੇ ਗਿਆਨ ਇੰਦਰੀਆਂ ਨਾ ਜਿਹੜੀਆਂ ਤੇਰੀਆਂ, ਚਾਹੇ ਅੱਖਾਂ ਨੇ, ਚਾਹੇ ਕੰਨ ਹੈ, ਚਾਹੇ ਮੂੰਹ ਹੈ, ਸਤਿਗੁਰੂ ਜੀ ਕਹਿੰਦੇ ਆ ਸਾਰੇ ਦਰਵਾਜ਼ਿਆਂ ਦੀ ਭੰਨ ਤੋੜ ਕਰਕੇ ਇਹਦੇ ਚੋਂ ਜਿੰਦ ਨਿਕਲ ਜਾਂਦੀ ਹੈ, ਇਹਦੇ ਚੋਂ ਜਾਨ ਨਿਕਲ ਜਾਂਦੀ। ਅੱਖਾਂ ਚੋਂ ਜਾਨ ਨਿਕਲੀ, ਕੰਨਾਂ ਚੋਂ ਜਾਨ ਨਿਕਲੀ, ਮੂੰਹ ਚੋਂ ਜਾਨ ਨਿਕਲੀ। ਇਹਦਾ ਮਤਲਬ ਕਿ ਜਿਹੜੀ ਵੀ ਅੱਖਾਂ ਚੋਂ ਜਾਨ ਨਿਕਲ ਗਈ, ਅੱਖਾਂ ਸਮਝੋ ਬੰਦ ਹੋ ਗਈਆਂ। ਕੰਨਾਂ ਚੋਂ ਜਾਨ ਨਿਕਲੀ, ਕੰਨਾਂ ਦੇ ਦਰਵਾਜ਼ੇ ਭੱਜੇ, ਕੰਨਾਂ ਦਾ ਸੁਣਨਾ ਬੰਦ। ਮੂੰਹ ਚੋਂ ਮੌਤ ਨਿਕਲੀ, ਮੂੰਹ ਰੂਪੀ ਦਰਵਾਜ਼ਾ ਭੱਜਾ ਤੇ ਮੂੰਹ ਦੇ ਵਿੱਚ ਜ਼ੁਬਾਨ ਦਾ ਬੋਲਣਾ ਬੰਦ ਹੋ ਗਿਆ। ਸਤਿਗੁਰੂ ਜੀ ਕਹਿੰਦੇ ਮਲਕਲ ਮੌਤ ਜਾਂ ਆਪ ਸੀ, ਸਭ ਦਰਵਾਜ਼ੇ ਭੰਨ। ਸਾਰੇ ਦਰਵਾਜ਼ੇ ਸਰੀਰ ਦੇ ਤੋੜ ਕੇ ਮੌਤ ਜਿਹੜੀ ਇਸ ਜਿੰਦ ਨੂੰ ਕੱਢ ਕੇ ਲੈ ਜਾਂਦੀ ਹੈ। ਉਹ ਫਰਿਸ਼ਤਾ ਇਸ ਤਨ ਦੇ ਵਿੱਚੋਂ ਜਿੰਦ ਨੂੰ ਕੱਢ ਕੇ ਸਾਰੇ ਸਰੀਰ ਦੇ ਦਰਵਾਜ਼ਿਆਂ ਨੂੰ ਤੋੜ ਕੇ ਇਹਦੇ ਵਿੱਚੋਂ ਜਿੰਦ ਨੂੰ, ਜਾਨ ਨੂੰ ਕੱਢ ਕੇ ਲੈ ਜਾਂਦਾ ਹੈ। ਮਲਕਲ ਮੌਤ ਜਾਂ ਆਪ ਸੀ, ਸਭ ਦਰਵਾਜ਼ੇ ਭੰਨ। ਫਿਰ ਸਤਿਗੁਰੂ ਜੀ ਕਹਿੰਦੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਉਹ ਜਿਹੜੇ ਪਿਆਰੇ ਰਿਸ਼ਤੇਦਾਰ, ਪਿਆਰੇ ਭਰਾ ਨੇ, ਸਤਿਗੁਰੂ ਜੀ ਕਹਿੰਦੇ
ਉਹਨਾਂ ਵੀ ਉਸ ਫਰਿਸ਼ਤੇ ਦੇ ਅੱਗੇ ਸਰੀਰ ਨੂੰ ਬੰਨ੍ਹ ਕੇ, ਇਹ ਗੱਲ ਮੰਨੀ ਜਾਂਦੀ ਜਦੋਂ ਬੰਦੇ ਦਾ ਸੰਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਵਾਉਂਦੇ ਨੇ, ਉਦੋਂ ਬੰਦੇ ਦੀਆਂ ਜਿਹੜੀਆਂ ਲੱਤਾਂ ਬਾਹਾਂ ਨੇ ਜਾਂ ਉਹਦਾ ਸਰੀਰ ਹੈ ਉਹਨੂੰ ਕਫਨ ਦੇ ਵਿੱਚ ਬੰਨ੍ਹਦੇ ਨੇ, ਕਿ ਉਹਦਾ ਸਰੀਰ ਢੱਕਿਆ ਰਹੇ। ਏਦਾਂ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ, ਫਰਿਸ਼ਤੇ ਦੇ ਅੱਗੇ ਲਾ ਕੇ ਤੋੜ ਦਿੱਤਾ। ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ ਦਰ ਕੇ ਮੋਢੇ, ਤੇ ਬੰਦਾ 4 ਜਾਣਿਆਂ ਦੇ ਮੋਢਿਆਂ ਦੇ ਉੱਤੇ ਚੜ੍ਹ ਕੇ ਸ਼ਮਸ਼ਾਨ ਘਾਟ ਜਾਂਦਾ। ਜਿਹੜਾ ਬੰਦਾ ਇਤਨੀਆਂ ਇੱਛਾਵਾਂ ਲੈ ਕੇ ਆਇਆ ਸੀ, ਸਤਿਗੁਰੂ ਜੀ ਕਹਿੰਦੇ ਉਹ ਬੰਦਿਆਂ ਤੋਂ ਪਤਾ ਨਹੀਂ ਛਿਣ ਭੰਗਰ ਦੇ ਵਿੱਚ ਹੀ ਉਹਦੀਆਂ ਜਿਹੜੀਆਂ ਆਸ਼ਾਵਾਂ ਨੇ, ਮਨ ਕੀ ਮਨ ਹੀ ਮਾਹੀ ਰਹੀ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਵੀ ਜਦੋਂ ਮੌਤ ਆਉਂਦੀ ਏ ਤੇ ਉਹ ਫਿਰ ਆਪਣਾ ਸਾਰੇ ਜੀਵਨ ਦੇ ਸਾਰੇ ਸਰੀਰ ਦੇ ਦਰਵਾਜ਼ੇ ਭੰਨ ਕੇ ਇਹਦੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰਗਾਹ ਆਏ ਕੰਮ। ਸਤਿਗੁਰੂ ਜੀ ਕਹਿੰਦੇ ਜੇ ਅਮਲ ਦਾ ਮਤਲਬ ਕਿ ਕੋਈ ਚੰਗਾ ਕੰਮ ਕੀਤਾ ਹੋਵੇ, ਜੀਵਨ ਦੇ ਵਿੱਚ ਕੋਈ ਚੰਗਾ ਐਸਾ ਕਾਰਜ ਕੀਤਾ ਹੋਵੇ, ਐਸਾ ਕੰਮ ਕੀਤਾ ਹੋਵੇ, ਕੋਈ ਭਲਾਈ ਦਾ ਕਾਰਜ ਕੀਤਾ, ਬਾਣੀ ਪੜ੍ਹੀ ਹੋਵੇ, ਅੰਮ੍ਰਿਤ ਵੇਲਾ ਸੰਭਾਲਿਆ ਹੋਵੇ, ਨਿਤਨੇਮ ਕੀਤਾ ਹੋਵੇ, ਸੇਵਾ ਕੀਤੀ ਹੋਵੇ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰਗਾਹ ਆਏ ਕੰਮ। ਤੇ ਦਰਗਾਹ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕੰਮ ਆ ਜਾਂਦੇ ਨੇ ਜੇ ਕੋਈ ਚੰਗਾ ਕੰਮ ਕੀਤਾ ਹੋਵੇ। ਜੇ ਪੱਲੇ ਕੁਝ ਹੋਵੇਗਾ ਤਦੋਂ ਕਿਸੇ ਨੂੰ ਦਵੇਗਾ, ਜੇ ਪੱਲੇ ਕੁਝ ਨਹੀਂ ਤੇ ਕਿਸੇ ਨੂੰ ਵੰਡ ਕੇ ਕੀ ਖਾਵੇਗਾ। ਜੇ ਆਪਣੇ ਪੱਲੇ ਨਹੀਂ ਕੁਝ ਤੇ ਕਿਸੇ ਨੂੰ ਕਿੱਥੇ ਦਿੱਤਾ ਜਾਂਦਾ। ਜੇਕਰ ਚੰਗੇ ਕਰਮ ਕੀਤੇ ਹੋਣਗੇ ਉਸ ਮਾਲਕ ਦੀ ਦਰਗਾਹ ਦੇ ਵਿੱਚ ਸੁਰਖ ਰੂਹ ਹੋ ਜਾਏਗਾ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਇਹਨੇ ਨਾਮ ਉਸ ਮਾਲਕ ਨੂੰ ਯਾਦ ਕੀਤਾ, ਮਨ ਕੀ ਮਨ ਹੀ ਮਾਹੀ ਰਹੀ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਸਤਿਗੁਰੂ ਜੀ ਕਹਿੰਦੇ ਮੌਤ ਨੇ ਆ ਕੇ ਇਹਦੀ ਚੋਟੀ ਜਿਹੜੀ ਆਪਣੇ ਸਿਰ ਦੇ ਵਾਲ ਇੱਥੋਂ ਫੜ ਕੇ ਇਹਨੂੰ ਖਿੱਚ ਕੇ ਲੈ ਗਈ। ਜਿਹੜਾ ਮੌਤ ਦਾ ਫਰਿਸ਼ਤਾ ਜਮ ਹੈ ਇਹਦੇ ਤਨ ਦੇ ਵਿੱਚੋਂ ਸਵਾਸਾਂ ਨੂੰ ਕੱਢ ਕੇ ਲੈ ਗਿਆ। ਮਨ ਦੇ ਵਿੱਚ ਦੱਬੀਆਂ ਰਹਿ ਗਈਆਂ ਰਹਾਓ। ਦਾਰਾ ਮੀਤ ਪੂਤ ਰਤ ਸੰਪਤ, ਧਨ ਪੂਰਨ ਸਭ ਨਹੀਂ। ਸਤਿਗੁਰੂ ਜੀ ਕਹਿੰਦੇ ਦਾਰਾ ਬੋਲਦੇ ਨੇ ਇਸਤਰੀ, ਮੀਤ ਬੋਲਦੇ ਨੇ ਮਿੱਤਰ, ਪੂਤ ਬੋਲਦੇ ਨੇ ਧੀਆਂ ਪੁੱਤਰ, ਰਥ ਬੋਲਦੇ ਨੇ ਅੱਜ ਦੇ ਸਮੇਂ 'ਚ ਜੇ ਇਹਦੇ ਅਰਥ ਕਰੀਏ ਗੱਡੀਆਂ। ਬੰਦੇ ਕੋਲ ਮਸ਼ੀਨਰੀ ਹੈ, ਗੱਡੀਆਂ ਹੈ। ਸਤਿਗੁਰੂ ਜੀ ਕਹਿੰਦੇ ਨੇ ਦਾਰਾ ਮੀਤ ਪੂਤ ਰਥ ਸੰਪਤ, ਸੰਪਤ ਅਰਥ ਕੇ ਸੰਪਤੀ, ਜਾਇਦਾਦ, ਧਨ ਦਾ ਅਰਥ ਕੇ ਪੈਸੇ, ਪੂਰਨ ਸਭ ਨਹੀਂ। ਸਤਿਗੁਰੂ ਜੀ ਕਹਿੰਦੇ ਆ ਇਹਨਾਂ ਦੇ ਵਿੱਚ ਉਲਝ ਕੇ ਰਹਿ ਗਿਆ ਦਾਰਾ ਔਰਤ, ਮੀਤ ਮਿੱਤਰ, ਪੂਤ ਪੁੱਤਰ, ਰਥ ਗੱਡੀਆਂ, ਸੰਪਤੀ, ਧਨ ਪੈਸਾ, ਪੂਰਨ ਸਭ ਨਹੀਂ। ਇਹਨਾਂ ਦੀ ਜ਼ਿੰਦਗੀ ਦੇ ਅੰਦਰ ਸਾਰਾ ਕੁਝ ਮੰਨੀ ਬੈਠਾ ਹੈ ਕਿ ਇਹੋ ਮੇਰੀ ਜਿੰਦ ਹੈ, ਇਹੋ ਮੇਰੀ ਜਾਨ ਹੈ। ਇਹਨਾਂ ਤੋਂ ਬਿਨਾਂ ਮੇਰਾ ਕੋਈ ਗੁਜ਼ਾਰਾ ਨਹੀਂ, ਮੇਰਾ ਕੋਈ ਗੁਜ਼ਰਾਨ ਨਹੀਂ, ਇਹਨਾਂ ਤੋਂ ਬਿਨਾਂ ਮੇਰਾ ਜੀਵਨ ਨਹੀਂ। ਠੀਕ ਹੈ, ਮੰਨ ਲੈਂਦੇ ਆ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਹੈ, ਪਰ ਕਈ ਵਾਰ ਇਹਨੂੰ ਸਾਰਾ ਕੁਝ ਮੰਨ ਲੈਣਾ ਜ਼ਿੰਦਗੀ ਨਹੀਂ ਹੈ। ਬੰਦਾ ਕਈ ਵਾਰ ਨਸ਼ਾ ਖਾਂਦਾ, ਬੰਦਾ ਇਹ ਗੱਲ ਕਹਿੰਦਾ ਇਹ ਮੇਰੀ ਜ਼ਿੰਦਗੀ ਹੈ, ਇਹਦੇ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ, ਇਹਦੇ ਤੋਂ ਬਿਨਾਂ ਮੈਂ ਮਰ ਜਾਵਾਂਗਾ। ਪਰ ਉਹ ਨਸ਼ਾ ਕਈ ਵਾਰ ਬੰਦੇ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ, ਪੈਸੇ ਲਈ ਮੁਤਾਜ ਕਰ ਦਿੰਦਾ ਹੈ, ਸਰੀਰ ਨੂੰ ਗਾਲਦਾ, ਸਰੀਰ ਨੂੰ ਸਾੜਦਾ, ਸਰੀਰ ਨੂੰ ਸੁੱਕਣੇ ਪਾ ਦਿੰਦਾ। ਨਸ਼ਾ ਜ਼ਿੰਦਗੀ ਨਹੀਂ। ਔਲਾਦ ਜਿਹੜੀ ਮਾਲਕ ਨੇ ਸਾਨੂੰ ਦਿੱਤੇ ਹੈ ਨਾ, ਇਹ ਸਾਨੂੰ ਸੰਸਾਰ ਦੇ ਵਿੱਚ ਸਾਡੇ ਜਿਉਂਦੇ ਜੀ ਇਹਨਾਂ ਦੀ ਜ਼ਰੂਰਤ ਹੈ, ਮਰਨ ਤੋਂ ਬਾਅਦ ਇਹਨਾਂ 'ਚ ਕੋਈ ਨਿਭਦਾ ਨਹੀਂ ਜੀ। ਸਤਿਗੁਰੂ ਜੀ ਦੀ ਬਾਣੀ ਪੜ੍ਹੋ। ਸਤਿਗੁਰੂ ਜੀ ਕਹਿੰਦੇ ਨੇ ਇਹ ਸਾਰਾ ਕੁਝ ਜਿਹੜਾ ਨਾ ਤੈਨੂੰ ਮਿਲਿਆ, ਇਹ ਇਸ ਕਰਕੇ ਮਿਲਿਆ ਕਿ ਇਹ ਸਮੇਂ ਦੇ ਹਾਨੀ ਬਣਨ, ਲੋੜ ਮੁਤਾਬਕ ਤੇਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਪਰ ਇਹ ਉਸ ਮਾਲਕ ਦੀ ਦਰਗਾਹ ਦੇ ਵਿੱਚ ਤੇਰੇ ਨਾਲ ਨਿਭਣ ਵਾਲਾ ਇਹਨਾਂ ਦੇ ਵਿੱਚੋਂ ਕੋਈ ਨਹੀਂ। ਉਹ ਸਤਿਗੁਰੂ ਜੀ ਕੋਈ ਬੰਦਾ ਇਸ ਗੱਲ ਨੂੰ ਸਮਝਦਾ ਕਿ ਕਿਹੜਾ ਅਸਲ ਦੇ ਵਿੱਚ ਮੇਰਾ ਮਿੱਤਰ ਹੈ। ਕੋਈ ਜਾਣੇ ਕਵਣ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ।
ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਆਹ ਚੀਜ਼ ਤੈਨੂੰ ਮਿਲੇ ਨਾ, ਇਹਦਾ ਮਤਲਬ ਇਹ ਨਾ ਸਮਝ, ਇਹ ਤੇ ਸਤਿਗੁਰੂ ਜੀ ਕਹਿੰਦੇ ਐਵੇਂ ਮਿਲੇ ਨੇ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਇਹ ਤੇ ਪਿਛਲੇ ਜਨਮਾਂ ਦੇ ਵਿਛੜੇ ਇਸ ਜਨਮ ਦੇ ਵਿੱਚ ਕੋਈ ਤੇਰੀ ਮਾਂ ਬਣ ਕੇ ਆਇਆ, ਕੋਈ ਪਿਓ ਬਣ ਕੇ ਆਇਆ, ਕੋਈ ਧੀ ਬਣ ਕੇ ਆਇਆ, ਕੋਈ ਪੁੱਤ ਬਣ ਕੇ ਆਇਆ, ਕੋਈ ਪਤਨੀ ਬਣ ਕੇ ਆਇਆ, ਕੋਈ ਧੀ ਕੋਈ ਜਵਾਈ ਬਣ ਕੇ ਆਇਆ। ਸਤਿਗੁਰੂ ਜੀ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਅਖੀਰ ਦੇ ਸਮੇਂ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ। ਦਾਰਾ ਮੀਤ ਪੂਤ ਰਤ ਸੰਪਤ ਧਨ ਪੂਰਨ ਸਭ ਮਹੀ। ਇਹਨਾਂ ਨੂੰ ਸਾਰਾ ਕੁਝ ਸੱਚ ਮੰਨਣ ਵਾਲਿਆ, ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ। ਸਤਿਗੁਰੂ ਜੀ ਦੀ ਬਾਣੀ ਪੜੋ, ਕਾਕੀ ਮਾਤ ਪਿਤਾ ਕਹੋ ਕਾਕੂ, ਕਵਣ ਪੁਰਖ ਕੀ ਜੋਈ, ਘਟ ਫੂਟੈ ਕੋਈ ਬਾਤ ਨਾ ਪੁੱਛੈ, ਕੱਢ ਹੋਈ। ਸਤਿਗੁਰੂ ਜੀ ਕਹਿੰਦੇ ਨੇ ਕਿਹੜੇ ਮਾਂ ਦੀ ਗੱਲ ਕਰਦਾ, ਕਿਸ ਬਾਪ ਦੀ ਗੱਲ ਕਰਦਾ। ਕਾਕੀ ਮਾਤ ਪਿਤਾ ਕਹੋ ਕਾਕੂ, ਕਵਣ ਪੁਰਖ ਕੀ ਜੋਈ, ਕਿਸ ਪਤਨੀ ਦੀ ਗੱਲ ਕਰਦਾ। ਘਟ ਫੂਟੈ ਕੋਈ ਬਾਤ ਨਾ ਪੁੱਛੈ। ਜਦੋਂ ਸਰੀਰ ਰੂਪੀ ਭਾਂਡਾ ਭਜਦਾ, ਟੁੱਟਦਾ, ਬੰਦਾ ਮਰਦਾ ਤੇ ਸਤਿਗੁਰੂ ਜੀ ਕਹਿੰਦੇ ਘਟ ਫੂਟੈ ਕੋਈ ਬਾਤ ਨਾ ਪੁੱਛੈ, ਕੱਢ ਹੋਈ। ਸਾਰੇ ਕਹਿੰਦੇ ਨੇ ਇਹਨੂੰ ਟਾਈਮ ਸਿਰ ਕੱਢ ਦੋ, ਜੇ ਹੋਰ ਥੋੜਾ ਸਮਾਂ ਰਹਿ ਗਿਆ ਤੇ ਇਹਦੀ ਬਾਡੀ ਦੇ ਵਿੱਚੋਂ, ਇਹਦੇ ਸਰੀਰ ਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਣੀ। ਇਹਨੂੰ ਛੇਤੀ ਨਹਾਓ, ਫੱਟੇ ਦੇ ਪਾਓ ਤੇ ਸ਼ਮਸ਼ਾਨ ਘਾਟ ਛੱਡ ਕੇ ਆਓ, ਇਹਨੂੰ ਅੱਗ ਤੇ ਲਾਂਬੂ ਲਾਓ ਤਾਂ ਕਿ ਜਲਦੀ ਜਲਦੀ ਇਹਨੂੰ ਕੱਢਿਆ ਜਾਵੇ, ਇਹਦੇ ਸਰੀਰ ਦੇ ਵਿੱਚੋਂ ਬਦਬੂ ਨਾ ਆਵੇ, ਵਾਸ਼ਨਾ ਨਾ ਆਵੇ। ਮਰਨ ਤੋਂ ਬਾਅਦ ਕੋਈ ਵੀ ਆਪਣੇ ਘਰ ਦੇ ਵਿੱਚ ਨਹੀਂ ਜੇ ਰੱਖਦਾ। ਸਤਿਗੁਰੂ ਜੀ ਕਹਿੰਦੇ ਤੂੰ ਇਹਨਾਂ ਦੇ ਮਾਨ ਕਰਦੇ, ਇਹਨਾਂ ਦੇ ਵਿੱਚੋਂ ਕਾਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ, ਘਟ ਫੂਟੇ। ਜਦੋਂ ਸਰੀਰ ਰੂਪੀ ਭਾਂਡਾ ਟੁੱਟਦਾ ਨਾ, ਫਿਰ ਇਹੋ ਕਹਿੰਦੇ ਨੇ ਇਹਨੂੰ ਬਹੁਤਾ ਸਮਾਂ ਘਰ ਦੇ ਵਿੱਚ ਨਾ ਰੱਖੀਏ। ਇਹਨੂੰ ਬਹੁਤਾ ਸਮਾਂ ਘਰ ਦੇ ਵਿੱਚ ਰੱਖਣ ਦੇ ਨਾਲ ਇਹਦੀ ਬਾਡੀ ਦੇ ਵਿੱਚ, ਸਰੀਰ ਦੇ ਵਿੱਚ ਵਾਸ਼ਨਾ ਆਵੇਗੀ, ਬਦਬੂ ਆਵੇ, ਕਿਤੇ ਹੋਰ ਨਾ ਬਿਮਾਰੀ ਦੇ ਸ਼ਿਕਾਰ ਹੋ ਜਾਈਏ। ਜਿਉਂਦੇ ਜੀ ਸਾਰੇ, ਕੋਈ ਪਿਓ ਕਹਿੰਦਾ, ਕੋਈ ਮਾਂ ਕਹਿੰਦਾ, ਕੋਈ ਧੀਆਂ ਪੁੱਤ ਕਹਿੰਦਾ ਮੇਰਾ ਪੁੱਤ ਮੇਰਾ ਪਿਓ। ਮਰਨ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਕੱਢ ਫੂਟੈ ਕੋਈ ਬਾਤ ਨਾ ਪੁੱਛੈ, ਕੋਈ ਨਹੀਂ ਪੁੱਛਦਾ। ਪਤਨੀ ਨਹੀਂ ਕਹਿੰਦੀ ਮੇਰਾ ਪਤੀ ਹੈ, ਉਹ ਕਹਿੰਦੀ ਇਹ ਭੂਤ ਹੋ ਗਿਆ, ਇਹ ਭੂਤ ਹੋ ਗਿਆ, ਹੁਣ ਮੇਰੇ ਕੰਮ ਦਾ ਨਹੀਂ। ਧੀਆਂ ਪੁੱਤ ਕਹਿੰਦੇ ਹੁਣ ਸਾਡਾ ਬਾਪ ਨਹੀਂ, ਇਹ ਤੇ ਜਿੱਥੋਂ ਆਇਆ ਉੱਥੇ ਚਲਾ ਗਿਆ, ਹੁਣ ਸਾਡੇ ਘਰ ਵਾਪਸ ਨਾ ਆਈ। ਇਹ ਗੱਲਾਂ ਕਰਦੇ ਨੇ। ਕੱਢ ਫੂਟੈ ਕੋਈ ਬਾਤ ਨਾ ਪੁੱਛੇ, ਕਾਢੋ ਹੋਈ। ਫਿਰ ਬਹੁਤਾ ਸਮਾਂ ਉਸੇ ਸਰੀਰ ਦੇ ਨਾਲ, ਜਿਹਦੇ ਨਾਲ ਧੀਆਂ ਪੁੱਤਾਂ ਨੇ, ਪਤਨੀ ਨੇ 20 ਸਾਲ 30 ਸਾਲ ਬਤੀਤ ਕੀਤੇ, ਉਹ ਪਤਨੀ ਉਹਨੂੰ, ਉਸ ਮਰੇ ਹੋਏ ਬੰਦੇ ਨੂੰ 1 ਘੰਟਾ ਘਰ ਦੇ ਵਿੱਚ ਰੱਖਣ ਲਈ ਤਿਆਰ ਨਹੀਂ ਜੀ। ਆਵੇ ਬੰਦੇ ਦੀ ਅਸਲੀਅਤ, ਆਵੇ ਸੱਚ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਦੇ ਵਿੱਚ ਤੂੰ ਆਪਣੀ ਸੁਰਤ ਨੂੰ ਜੋੜੀ ਬੈਠਾ ਹੈ ਕਿ ਇਹੋ ਸਾਰਾ ਕੁਝ ਹੈ, ਪਰ ਇਹ ਜਿਉਂਦੇ ਜੀ ਸਾਥ ਦੇਣ ਵਾਲੇ ਨੇ। ਮਰਨ ਤੋਂ ਬਾਅਦ ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ। ਜੇ ਮਰਨ ਤੋਂ ਬਾਅਦ ਨਿਭਣ ਵਾਲਾ ਤੇ ਕੇਵਲ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ, ਜਿਹੜਾ ਲੋਕ ਦੇ ਵਿੱਚ ਵੀ ਸਹਾਇਕ ਹੈ ਤੇ ਪਰਲੋਕ ਦੇ ਵਿੱਚ ਵੀ ਸਹਾਇਕ ਹੈ। ਮਰਨ ਤੋਂ ਬਾਅਦ ਇਹਨਾਂ ਵਿੱਚ ਕੋਈ ਤੇਰੇ ਨਾਲ ਨਿਭਣ ਵਾਲਾ ਨਹੀਂ। ਦਾਰਾ ਮੀਤ ਪੂਤ ਰਤ ਸੰਪਤ ਧਨ ਪੂਰਨ ਸਭ ਮਹੀ, ਅਵਰ ਸਗਲ ਮਿਥਿਆਏ ਜਾਣੋ। ਸਤਿਗੁਰੂ ਜੀ ਕਹਿੰਦੇ ਅਵਰ, ਹੋਰ ਜਿੱਥੇ ਸੁਰਤ ਜੋੜੀ ਬੈਠੀ ਇੱਕ ਪਰਮਾਤਮਾ ਤੋਂ ਬਿਨਾ, ਅਵਰ ਸਗਲ ਵਰਗ ਸਾਰੇ ਮਿਥਿਆਏ ਜਾਣੋ। ਮਿਥਿਆ ਦਾ ਝੂਠ, ਇਹ ਸਾਰੇ ਨੂੰ ਝੂਠ ਸਮਝ ਭਜਨ ਰਾਮ ਕੋ ਸਹੀ। ਪਰਮਾਤਮਾ ਦਾ ਨਾਮ ਹੀ ਸੱਚਾ ਹੈ, ਪਰਮਾਤਮਾ ਦਾ ਨਾਮ ਹੀ ਅਸਲ ਸਾਥੀ ਹੈ। ਅਵਰ ਸਗਲ ਮਿਥਿਆਏ ਜਾਣੋ। ਮਿਥਿਆ ਦਾ ਮਤਲਬ ਝੂਠ, ਕਿ ਬੰਦਾ ਇਹ ਗੱਲ ਸੋਚਦਾ ਕਿ ਇਹ ਮੇਰਾ ਮਰਨ ਵੇਲੇ ਵੀ ਸਾਥ ਦੇਣਗੇ। ਇਹ ਤੇ ਉਹਨਾਂ ਚ ਵੀ ਸਾਥ ਦਿੰਦੇ ਨੇ ਜਿੰਨਾ ਚਿਰ ਤੱਕ ਜੇਬਾਂ ਭਰੀਆਂ, ਜਦੋਂ ਜੇਬਾਂ ਖਾਲੀ ਹੋ ਜਾਣੇ ਵੀ ਸਾਥ ਨਹੀਂ ਜੇ ਦਿੰਦੇ। ਜਿੰਨਾ ਚਿਰ ਤੁਸੀਂ ਇਹਨਾਂ ਦੀ ਵਫਾਦਾਰੀ ਦੇ ਨਾਲ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ, ਚਾਹੇ ਔਲਾਦ ਹੈ, ਚਾਹੇ ਪਤਨੀ ਹੈ, ਚਾਹੇ ਰਿਸ਼ਤੇਦਾਰ ਹੈ, ਜਿੰਨਾ ਚਿਰ ਵਫਾਦਾਰੀ ਦੇ ਨਾਲ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹੋ, ਉਹਨਾਂ ਚਿਰ ਤੱਕ ਇਹ ਤੁਹਾਡੇ ਨੇ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਤੇ ਬੰਦੇ ਮਤਬਲ ਖੋਰ ਹੈ, ਇਹ ਤੇ ਆਪਣੇ ਸੁੱਖ ਦੇ ਕਰਕੇ ਤੇਰੇ ਨਾਲ ਚੰਬੜੇ ਪਏ ਨੇ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਣ ਚਾਹੂੰ ਦਿਸ ਘੇਰੇ, ਬਿਪਤ ਪੜੀ ਸਭ ਹੀ ਸੰਗ ਛਾਟਤ, ਕੋ ਨ ਆਵਤ ਨੇਰੇ।
ਇਹ ਤੇ ਸੁੱਖ ਕਰਕੇ ਜੁੜੇ ਨੇ, ਸੁੱਖ ਕਰਕੇ ਤੇਰੇ ਨਾਲ ਚੰਬੜੇ ਪਏ ਨੇ। ਬੇਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੇ, ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨੇ। ਜਦੋਂ ਦੁੱਖ ਦੀ ਘੜੀ ਬਿਪਤਾ ਦੇ ਵਿੱਚ, ਜਦੋਂ ਤੈਨੂੰ ਇਹਨਾਂ ਦੇ ਧੀਆਂ ਪੁੱਤਾਂ ਰਿਸ਼ਤੇਦਾਰਾਂ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ, ਉਦੋਂ ਇਹਨਾਂ ਦੇ ਵਿੱਚ ਕੋਈ ਤੇਰੇ ਨਾਲ ਨਿਭਣ ਵਾਲਾ ਨਹੀਂ। ਉਦੋਂ ਇੱਕ ਕੇਵਲ ਤੇ ਕੇਵਲ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਵੀ ਸਾਡਾ ਸਾਥ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਆਵਰ ਸਗਲ ਮਿਥਿਆ ਏ ਜਾਨੋ, ਭਜਨ ਰਾਮ ਕੋ ਸਹੀ। ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਹਰ ਸਮੇਂ ਤੇਰੇ ਨਾਲ ਨਿਭਣ ਵਾਲਾ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਈ। ਸਤਿਗੁਰੂ ਜੀ ਕਹਿੰਦੇ ਪਤਾ ਨਹੀਂ ਕਿੰਨਾ ਕੁ ਸਮਾਂ, ਕਿਹੜੀਆਂ ਕਿਹੜੀਆਂ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚੋਂ ਗੁਜ਼ਰ ਕੇ ਆ ਜਿਹੜਾ ਜਨਮ ਤੈਨੂੰ ਮਾਨਸ ਮਿਲਿਆ, ਮਨੁੱਖ ਮਿਲਿਆ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਈ। ਨਾਨਕ ਕਹਿਤ ਮਿਲਣ ਕੀ ਬੜੀਆ, ਸਿਮਰਤ ਕਹਾ ਨਹੀਂ। ਨਾਨਕ ਆਖਦਾ ਹੈ ਕਿ ਆ ਜਿਹੜਾ ਉਸ ਮਾਲਕ ਦੇ ਨਾਲ ਮਿਲਾਪ ਕਰਨ ਦੀ ਘੜੀ ਹੈ, ਮਿਲਾਪ ਕਰਨ ਦਾ ਸਮਾਂ। ਪੜ੍ਹਦੇ ਹਾਂ ਨਾ ਸੋਦਰ ਦੀ ਬਾਣੀ ਦੇ ਵਿੱਚ ਆਪਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੇ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਸਤਿਗੁਰੂ ਜੀ ਕਹਿੰਦੇ ਆ ਜਿਹੜੀ ਦੇਹ ਮਿਲੀ ਨਾ ਕੱਲਾ ਖਾਣ ਪੀਣ ਦੇ ਲਈ ਜਾਂ ਦੁਨਿਆਵੀ ਕਾਰੋ ਵਿਹਾਰ ਕਰਨ ਦੇ ਲਈ ਨਹੀਂ ਮਿਲੀ। ਜਿੱਥੇ ਤੂੰ ਸਾਰਾ ਕੁਝ ਕਰਨਾ ਉੱਥੇ ਮਾਲਕ ਨੂੰ ਵੀ ਯਾਦ ਰੱਖਣਾ ਹੈ। ਜਿੱਥੇ ਤੂੰ ਸਾਰੇ ਸਮਿਆਂ ਦੇ ਸਾਰੇ ਕੰਮ ਜਿਹੜੇ ਨੇ ਸਮੇਂ ਦੇ ਮੁਤਾਬਕ ਕਰਨਾ ਹੈ, ਅੱਗੇ ਪਿੱਛੇ ਸਮਾਂ ਨਹੀਂ ਹੋਣ ਦਿੰਦਾ। ਹਰੇਕ ਕੰਮ ਤੂੰ ਬੜੀ ਜ਼ਿੰਮੇਵਾਰੀ ਤੇ ਤਨਦੇਹੀ ਦੇ ਨਾਲ ਕਰਦਾ ਕਿ ਮੈਨੂੰ ਆਹ ਸਮੇਂ ਦੇ ਵਿੱਚ ਆਹ ਕੰਮ ਕਰਨਾ ਹੀ ਪੈਣਾ। ਦਫ਼ਤਰ ਜਾਣਾ ਕਿਤੇ 2 ਮਿੰਟ ਲੇਟ ਨਹੀਂ ਹੁੰਦਾ, ਫਿਰ ਨਿਤਨੇਮ ਕਰਨ ਦੇ ਲਈ ਕਿਉਂ ਲੇਟ ਹੋ ਜਾਣਾ। ਦਫ਼ਤਰ ਜਾਣਾ, ਬੱਚੇ ਨੂੰ ਸਕੂਲ ਟਾਈਮ ਸਿਰ ਛੱਡ ਕੇ ਆਉਣਾ। ਬਾਣੀ ਪੜ੍ਹਨ ਲੱਗਿਆ ਕਿਉਂ ਤੇਰਾ ਟਾਈਮ ਟੇਬਲ ਪੱਕਾ ਨਹੀਂ ਹੁੰਦਾ। ਬਾਣੀ ਪੜ੍ਹਨ ਲੱਗਿਆ ਤੇਰਾ ਸਮਾਂ ਕਿਉਂ ਨਹੀਂ ਨਿਰਧਾਰਿਤ ਹੈ, ਕਿਉਂ ਨਹੀਂ ਪੱਕਾ ਹੈ। ਬਾਕੀ ਸਾਰੇ ਕੰਮਾਂ ਦੇ ਲਈ ਤੇਰੇ ਕੋਲ ਸਮਾਂ। ਸਤਿਗੁਰੂ ਜੀ ਕਹਿੰਦੇ ਨੇ ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨੱਕਾ। ਅਵਰ ਕਾਜ ਦਾ ਅਰਥ ਇਹ ਕਿ ਦੁਨਿਆਵੀ ਕੰਮ ਜਿਹੜੇ ਅਸੀਂ ਕਿਰਤ ਕਰਨੀ, ਇਹਨੂੰ ਅਵਰ ਕਾਜ ਨਹੀਂ ਕਿਹਾ। ਕਿ ਰੱਬ ਨੂੰ ਪ੍ਰਾਪਤ ਕਰਨ ਦੇ ਜਿਹੜੇ ਪਖੰਡ ਕਰਮ ਕਾਂਡਾਂ ਦੇ ਵਿੱਚ ਪੈਣਾ, ਇਹ ਕਿਸੇ ਕੰਮ ਨਹੀਂ। ਇਹ ਕਿਸੇ ਕੰਮ ਨਹੀਂ ਜਿਹੜਾ ਕਰਮ ਕਾਂਡ ਕਰਦਾ। ਜੋ ਪਰਮਾਤਮਾ ਦੱਸਦਾ ਉਹਦੇ ਮੁਤਾਬਕ ਤੂੰ ਜ਼ਿੰਦਗੀ ਨਹੀਂ ਬਤੀਤ ਕਰਦਾ। ਹੋਰ ਹੋਰ ਪਖੰਡਾਂ ਦੇ ਵਿੱਚ, ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਦੇ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੇ ਹੈ ਸਾਧ ਸੰਗਤ ਜਿਹੜੀ ਆਪਾਂ ਕਰ ਰਹੇ। ਇਹ ਹੋਇਆ ਸਾਨੂੰ ਸੰਸਾਰ ਰੂਪੀ ਸਾਗਰ ਤੋਂ ਤਾਰਨ ਦੇ ਲਈ। ਸਤਿਗੁਰੂ ਜੀ ਕਹਿੰਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਈ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਕਿਉਂ ਨਹੀਂ ਉਸ ਮਾਲਕ ਨੂੰ ਸਿਮਰਦਾ ਜਿਹਦੇ ਮਿਲਾਪ ਦੇ ਲਈ ਇਹ ਦੇਹ ਮਿਲੀ ਹੈ। ਸਤਿਗੁਰੂ ਜੀ ਕਹਿੰਦੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰ। ਹਰੀ ਦੇ ਨਾਮ ਨੂੰ ਜਪਦਾ ਕਿਉਂ ਨਹੀਂ? ਕੀ ਵਾਰ-ਵਾਰ ਇਹਨਾਂ ਸੋਚਾਂ ਦੇ ਵਿਚਾਰਾਂ ਦੇ ਵਿੱਚ ਪਿਆ, ਮੇਰਾ ਕੀ ਬਣੂਗਾ, ਮੈਂ ਕਿੱਦਾਂ ਕੁਝ ਪ੍ਰਾਪਤ ਕਰੂੰਗਾ। ਸਤਿਗੁਰੂ ਜੀ ਕਹਿੰਦੇ ਇਹ ਜਿਹੜੀਆਂ ਸੋਚਾਂ, ਇਹ ਵਿਚਾਰ ਛੱਡ ਦੇ। ਵਾਰ-ਵਾਰ ਕਿਤੇ ਕੁਝ ਸੋਚਦੇ, ਕਿਤੇ ਕੁਝ ਸੋਚਦੇ। ਹਰ ਕਾ ਨਾਮ ਨਾ ਜਪਸ ਗਵਾਰਾ। ਇਹ ਮੂਰਖ ਬੰਦੇ, ਉਸ ਮਾਲਕ ਦੇ ਨਾਮ ਨੂੰ ਕਿਉਂ ਨਹੀਂ ਜਪਦਾ? ਕਿਆ ਸੋਚੇ ਬਾਰੰਬਾਰਾ। ਕਿਹੜੀਆਂ ਸੋਚਾਂ ਤੇ ਵਿਚਾਰਾਂ ਦੇ ਵਿੱਚ ਪਿਆ। ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਜੀਵਨ ਦੇ ਵਿੱਚ ਮਾਇਆ ਵਿਹੜਿਆ ਮਨੁੱਖ ਜਿਹੜਾ, ਇਹਦੀਆਂ ਕਈ ਵਾਰ ਮਨ ਦੇ ਵਿੱਚ ਰਹਿ ਜਾਂਦੀਆਂ ਨੇ। ਨਾ ਇਹ ਉਸ ਮਾਲਕ ਨੂੰ ਯਾਦ ਕਰਦਾ, ਨਾ ਉਹਦੀ ਸੇਵਾ ਕਰਦਾ, ਤੇ ਅਚਨਚੇਤ ਹੀ ਮੌਤ ਜਿਹੜੀ ਇਹਦੇ ਸਿਰ ਦੇ ਉੱਤੇ ਆ ਕੇ ਮੰਡਰਾਉਂਦੀ ਹੈ। ਮੌਤ ਜਿਹੜੀ ਇਹਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦੀ ਹੈ। ਜੋ ਮਨ ਚੇਤਨ ਚੇਤੇ ਸਨ ਸੇ ਗਾਲੀ ਰੱਬ ਕੀਆਂ। ਜੋ ਮਨ ਦੇ ਵਿੱਚ ਸੋਚਿਆ ਵੀ ਨਹੀਂ ਸੀ, ਵਿਚਾਰਿਆ ਵੀ ਨਹੀਂ ਸੀ ਕਿ ਮੌਤ ਅਜੇ ਆਉਣੀ ਨਹੀਂ। ਬੰਦੇ ਨੇ, ਕਿਹੜਾ ਬੰਦਾ ਦਿਮਾਗ ਦੇ ਵਿੱਚ ਇਹ ਗੱਲ ਲੈ ਕੇ ਚੱਲਦਾ ਕਿ ਮੇਰੀ ਕੱਲ ਨੂੰ ਮੌਤ ਹੋ ਜਾਣੀ, ਪਰਸੋਂ ਹੋ ਜਾਣੀ, ਮਹੀਨੇ ਨੂੰ 6 ਮਹੀਨਿਆਂ ਨੂੰ, ਕੋਈ ਬੰਦਾ ਨਹੀਂ ਸੋਚਦਾ। ਅਚਨਚੇਤ ਹੀ ਹਮਲਾ ਹੁੰਦਾ। ਅਚਿੰਤੇ ਬਾਜ ਪਏ ਫਰੀਦਾ ਦਰਿਆਵੇ ਕੰਨੇ, ਬਗਲਾ ਬੈਠਾ ਕੇਲ ਕਰੇ। ਕੇਲ ਕਰੇ ਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜੋ ਮਨ ਚੇਤਨ ਚੇਤੇ ਸਨ
ਸੋ ਗਾਲੀ ਰੱਬ ਕੀ, ਜਿਹੜੀਆਂ ਸੋਚੀਆਂ ਨਹੀਂ ਸੀ ਉਹ ਵੀ ਅਚਨਚੇਤ ਹੋ ਗਈਆਂ। ਇਸ ਕਰਕੇ ਜਿੰਨਾ ਚਿਰ ਮਾਲਕ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਜਿੱਥੇ ਦੁਨਿਆਵੀ ਜ਼ਿੰਮੇਵਾਰੀ ਨੂੰ ਸੰਭਾਲਣਾ, ਉੱਥੇ ਮਾਲਕ ਦੇ ਨਾਮ ਦੀ ਵੀ ਸਾਡੇ ਅੰਦਰ ਚੇਤਕ ਲੱਗਣੀ ਚਾਹੀਦੀ ਹੈ। ਪਰਮਾਤਮਾ ਦੇ ਨਾਮ ਵੀ ਸਾਡੇ ਹਿਰਦੇ ਦੇ ਅੰਦਰ ਹੋਣਾ ਚਾਹੀਦਾ। ਜਿੱਥੇ ਦੁਨਿਆਵੀ ਕਾਰੋ ਵਿਹਾਰ ਹੈ, ਉੱਥੇ ਪਰਮਾਤਮਾ ਦਾ ਨਾਮ ਵੀ ਬੜਾ ਜ਼ਰੂਰੀ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕੀਤੀ, ਸੋਰਠ ਰਾਗ ਦੇ ਅੰਦਰ ਕਿਰਪਾ ਕਰਕੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਪ ਮਹਿਰਾਮਤ ਕਰਕੇ ਦਾਸਰੇ ਪਾਸੋਂ ਕਰਵਾ ਲਈ। ਵਿਚਾਰਾ ਕਰਦਿਆਂ ਪਾਸੋਂ ਅਣਗਿਣਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਗੁਰੂ ਬਖਸ਼ਣਹਾਰ ਹੈ। ਆਓ ਅੰਤ ਨੂੰ ਪਾਓ ਫਤਿਹ ਨਾਲ ਸਾਂਝ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।